हाँ जी, नेक्स्ट जो अपना है चैप्टर इनफ्रारेड स्पैक्ट्रोस्कोपी IR स्पैक्ट्रोस्कोपी ਜਿਹਨੂੰ ਆਪਾਂ ਕਹਿੰਦੇ ਹੁਣ ਸਪੈਕਟ੍ਰੋਸਕੋਪੀ ਦੀ ਹੈ ਜੀ ਬ੍ਰਾਂਚ ਜਾਂ ਆਪਾਂ ਕਹਿ ਦਈਏ ਵੀ ਕੈਮਿਸਟਰੀ ਦੀ ਹੈ ਜੀ ਬ੍ਰਾਂਚ ਜਿਹੜੀ ਮੈਟਰ ਦੇ ਨਾਲ ਜਦੋਂ IR ਰੇਡੀਏਸ਼ਨਸ ਇੰਟਰੈਕਟ ਕਰਦੀਆਂ ਨੇ ਉਸ ਟਾਈਮ 'ਤੇ ਐਬਜ਼ੋਰਪਸ਼ਨ ਆਫ IR ਰੇਡੀਏਸ਼ਨ ਨਾਲ ਡੀਲ ਕਰਦਾ ਉਸ ਨੂੰ ਆਪਾਂ ਕਹਿੰਦੇ ਹਾਂ ਕਿ IR ਐਬਜ਼ੋਰਪਸ਼ਨ ਸਪੈਕਟ੍ਰੋਸਕੋਪੀ। ਹੁਣ UV ਸਪੈਕਟ੍ਰੋਸਕੋਪੀ ਹੁੰਦੀ ਹੈ ਜਿਹੜੀ ਉਹਦੇ ਵਿੱਚ ਬਹੁਤ ਘੱਟ ਬੈਂਡ ਹੁੰਦੇ ਨੇ, ਜਿਵੇਂ ਆਪਾਂ ਪੜ੍ਹਿਆ ਸੀ ਵੀ 1 ਜਾਂ 2 ਬੈਂਡਸ ਹੋਣਗੇ, ਠੀਕ ਹੈ, ਸਪੈਕਟਰਾ ਦੇ ਵਿੱਚ। ਪਰ ਜਿਹੜਾ IR ਸਪੈਕਟਰਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਐਬਜ਼ੋਰਪਸ਼ਨ ਬੈਂਡਸ ਹੁੰਦੇ ਨੇਗੇ, ਜਿਹਦੇ ਨਾਲ ਕੀ ਹੋ ਜਾਂਦਾ ਆਪਣਾ ਜਿਹੜਾ ਹਾਂਜੀ ਜਿਹਦੇ ਨਾਲ ਕੀ ਹੋ ਜਾਂਦਾ ਆਪਣਾ ਵੀ ਸਟਰਕਚਰ ਡਿਟਰਮੀਨੇਸ਼ਨ ਕਰਨਾ, ਜਿਹੜਾ ਕੰਪਾਊਂਡ ਦਾ ਵੀ ਸਟਰਕਚਰ ਡਿਟਰਮਾਈਨ ਕਰਨਾ ਬਹੁਤ ਸੌਖਾ ਹੋ ਜਾਂਦਾ। ਹੁਣ ਇਹ ਜਿਹੜਾ ਹੈ ਇਹ ਸਪੈਕਟ੍ਰੋਸਕੋਪੀ ਜਿੰਨੇ ਵੀ ਤਰ੍ਹਾਂ ਦੀ ਸਪੈਕਟ੍ਰੋਸਕੋਪੀ ਹੈ ਉਹਨਾਂ ਦੇ ਵਿੱਚੋਂ ਬੈਸਟ ਜਿਵੇਂ ਬੈਸਟ ਜਿਹੜੇ ਮੈਥਡਸ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ, ਠੀਕ ਹੈ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਆਪਾਂ ਹੁਣ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਯੂਨਿਟਸ ਜਿਹੜੀਆਂ ਨੇ IR ਰੇਡੀਏਸ਼ਨ ਦੇ ਵਿੱਚ, ਹੁਣ ਆਪਾਂ ਨੂੰ ਪਤਾ ਵੀ ਆ ਤਾਂ ਆਪਾਂ ਵੇਵਲੈਂਥ ਦੇਖਦੇ ਹੁੰਦੇ ਹਾਂ, ਠੀਕ ਹੈ, ਜਾਂ ਆਪਾਂ ਦੇਖਦੇ ਹੁੰਦੇ ਹਾਂ ਫ੍ਰੀਕੁਐਂਸੀ, ਠੀਕ ਹੈ। ਅਤੇ IR ਰੇਡੀਏਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ, ਜਿਹੜੀ ਪੋਜੀਸ਼ਨ ਹੈ ਸਿਗਨਲਸ ਦੀ ਉਹ ਜਾਂ ਤਾਂ ਆਪਾਂ ਵੇਵਲੈਂਥ ਦੇ ਟਰਮਸ ਦੇ ਵਿੱਚ ਆਪਾਂ ਲਵਾਂਗੇ, ਠੀਕ ਹੈ। ਅਤੇ ਵੇਵਲੈਂਥ ਦੇ ਜਿਹੜੇ ਯੂਨਿਟ ਹੋਣਗੇ ਆਪਾਂ ਮਾਈਕਰੋਮੀਟਰ ਜਾਂ ਮਾਈਕਰੋਨ, ਠੀਕ ਹੈ। ਜੇ ਮਿਊ ਐਮ ਲਿਖਦੇ ਹਾਂ ਫਿਰ ਆਪਾਂ ਮਾਈਕਰੋਮੀਟਰ ਕਹਾਂਗੇ, ਜੇ ਇਕੱਲਾ ਮਿਊ ਲਿਖਦੇ ਹਾਂ ਤਾਂ ਉਹਨੂੰ ਆਪਾਂ ਕਹਾਂਗੇ ਮਾਈਕਰੋਨ, ਇਹਦੇ ਵਿੱਚ ਲਵਾਂਗੇ, ਠੀਕ ਹੈ। ਇਹਦੇ ਵਿੱਚ ਆਪਾਂ ਫ੍ਰੀਕੁਐਂਸੀ ਨਹੀਂ ਲੈਂਦੇ, ਫ੍ਰੀਕੁਐਂਸੀ ਥਾਂ 'ਤੇ ਆਪਾਂ ਲਵਾਂਗੇ ਵੇਵ ਨੰਬਰ, ਮਤਲਬ ਜਾਂ ਤਾਂ ਵੇਵਲੈਂਥ ਲਵਾਂਗੇ ਲੈਮਡਾ ਜਾਂ ਲਵਾਂਗੇ ਵੇਵ ਨੰਬਰ ਨਿਊ ਬਾਰ, ਠੀਕ ਹੈ। ਹੁਣ ਵੇਵ ਨੰਬਰ ਹੈ ਜਿਹੜਾ ਆਪਾਂ ਨੂੰ ਪਤਾ ਕੀ ਹੁੰਦਾ ਗਾ, ਮਤਲਬ ਕਿੰਨੀਆਂ ਵੇਵਲੈਂਥਸ ਨੇ ਜਿਹੜੀਆਂ 1 ਸੈਂਟੀਮੀਟਰ ਦੇ ਵਿੱਚ, ਕਿੰਨੀਆਂ ਵੇਵਸ ਨੇ ਜਿਹੜੀਆਂ 1 ਸੈਂਟੀਮੀਟਰ ਦੇ ਵਿੱਚ ਆ ਜਾਂਦੀਆਂ ਨੇ, ਉਹਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ ਵੇਵ ਨੰਬਰ, ਠੀਕ ਹੈ। ਤਾਂ ਇਹਨੂੰ ਆਪਾਂ ਕਿਵੇਂ ਰਿਪਰਜੈਂਟ ਕਰਦੇ ਹਾਂ ਪਰ ਸੈਂਟੀਮੀਟਰ ਦੇ ਵਿੱਚ, ਠੀਕ ਹੈ। ਹੁਣ ਜ਼ਿਆਦਾਤਰ IR ਦੇ ਵਿੱਚ ਆਪਾਂ ਨਾ ਵੇਵਲੈਂਥ ਘੱਟ ਯੂਜ਼ ਕਰਦੇ ਹਾਂ, ਵੇਵ ਨੰਬਰ ਹੀ ਜ਼ਿਆਦਾਤਰ ਆਪਾਂ ਜਿਹੜਾ ਹੈ ਉਹ ਯੂਜ਼ ਕਰਦੇ ਹਾਂ। ਹੁਣ ਆਪਾਂ ਨੂੰ ਪਤਾ ਵੀ ਨਿਊ ਬਾਰ ਕੀ ਹੁੰਦਾ, 1/λ = ਨਿਊ/c, ਠੀਕ ਹੈ। ਨਿਊ ਬਾਰ ਹੈ ਜਿਹੜਾ ਪਰ ਸੈਂਟੀਮੀਟਰ ਦੇ ਵਿੱਚ ਹੈ, ਨਿਊ ਹੈ ਜਿਹੜਾ ਪਰ ਸੈਕਿੰਡ ਦੇ ਵਿੱਚ ਹੈ, ਜਾਂ ਫਿਰ ਹਰਟਜ਼ ਕਹਿ ਲਓ, C ਹੈ ਜਿਹੜਾ ਉਹ ਸੈਂਟੀਮੀਟਰ ਪਰ ਸੈਕਿੰਡ ਦੇ ਵਿੱਚ ਹੈ। ਹੁਣ ਐਨਰਜੀ ਹੈ ਜਿਹੜੀ H ਨਿਊ HC/λ HC ਨਿਊ ਬਾਰ, ਠੀਕ ਹੈ। ਤਾਂ ਐਨਰਜੀ ਹੋ ਗਈ ਆਪਣੇ ਕੋਲ HC ਨਿਊ ਬਾਰ, ਮਤਲਬ ਜੇ ਫ੍ਰੀਕੁਐਂਸੀ ਵੱਧਦਾ ਤਾਂ ਐਨਰਜੀ ਵੀ ਵਧੂਗੀ, ਜੇ ਫ੍ਰੀਕੁਐਂਸੀ ਘੱਟ ਆ ਤਾਂ ਐਨਰਜੀ ਵੀ ਘੱਟ ਹੋਊਗੀ, ਠੀਕ ਹੈ। ਡਾਇਰੈਕਟਲੀ ਪ੍ਰਪੋਰਸ਼ਨਲ ਨੇ ਇੱਕ ਦੂਸਰੇ ਦੇ ਇਹ ਦੋਨੇ ਚੀਜ਼ਾਂ। ਹੁਣ ਉਸ ਤੋਂ ਬਾਅਦ ਜਿਹੜਾ IR ਰੀਜਨ ਹੈ ਉਹ ਕਿੱਥੋਂ ਕਿੱਥੇ ਤੱਕ ਵੈਰੀ ਕਰਦਾ, ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ। ਹੁਣ ਜਿਹੜਾ IR ਰੀਜਨ ਹੈ ਉਹਦੇ ਵਿੱਚ ਉਹ ਜਿਹੜਾ ਹੈ 0.8 ਮਾਈਕਰੋਮੀਟਰ ਤੋਂ ਜਾਂ ਮਾਈਕਰੋਨ ਤੋਂ 200 ਮਾਈਕਰੋਮੀਟਰ ਤੱਕ ਵੈਰੀ ਕਰਦਾ, ਠੀਕ ਹੈ। ਜਿਹੜਾ 0.8 ਤੋਂ 2.5 ਮਾਈਕਰੋਮੀਟਰ ਦਾ ਰੀਜਨ ਹੈ ਜਿਹੜਾ, ਜਾਂ ਫਿਰ ਆਪਾਂ ਕਹਿ ਲਈਏ ਜੇ ਵੇਵ ਨੰਬਰ ਦੇ ਵਿੱਚ ਦੇਖੀਏ 12500 ਤੋਂ 4000 ਪਰ ਸੈਂਟੀਮੀਟਰ, ਇਹ ਚੀਜ਼ ਨਾ ਉਲਟੀ ਚੱਲੂਗੀ ਕਿਉਂਕਿ ਜਿਹੜੀ ਲੈਮਡਾ ਹੈ, ਹੁਣ ਇੱਥੇ ਆਪਾਂ ਦੇਖਦੇ ਨਾ ਲੈਮਡਾ ਜਿਹੜੀ ਹੈ ਇਹ ਨਿਊ ਬਾਰ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ, ਠੀਕ ਹੈ। ਜੇ ਲੈਮਡਾ ਵੱਧ ਹੋਊਗੀ ਤਾਂ ਨਿਊ ਬਾਰ ਘੱਟ ਹੋਊਗੀ, ਜੇ ਲੈਮਡਾ ਘੱਟ ਹੋਊ ਤਾਂ ਨਿਊ ਬਾਰ ਵੱਧ ਹੋਊਗੀ। ਹੁਣ ਜਿਹੜੀ 0.8 ਲੈਮਡਾ ਉਹਦੇ ਵਿਦ ਰਿਸਪੈਕਟ ਟੂ ਵੇਵ ਨੰਬਰ ਕਿੰਨਾ ਹੋਊਗਾ 12500, ਜਿਹੜਾ 2.5 ਲੈਮਡਾ ਹੈ ਉਹਦੇ ਵਿਦ ਰਿਸਪੈਕਟ ਟੂ ਵੇਵ ਨੰਬਰ ਕਿੰਨਾ 4000, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ, ਇਹ ਉਲਟਾ ਹੋਊਗਾ, ਜੇ ਵੇਵਲੈਂਥ ਵੱਧਦਾ ਤਾਂ ਜਿਹੜੀ ਨਿਊ ਬਾਰ ਹੈ ਉਹ ਘੱਟ ਹੋਊਗੀ। ਤਾਂ 12500 ਤੋਂ 4000 ਪਰ ਸੈਂਟੀਮੀਟਰ ਜਿਹੜਾ ਰੀਜਨ ਹੈ ਉਸਨੂੰ ਆਪਾਂ ਕਹਿੰਦੇ ਨੀਅਰ IR, 4000 ਤੋਂ 667 ਜਾਂ ਫਿਰ ਕਹਿ ਲਓ 2.5 ਤੋਂ 15 ਮਾਈਕਰੋਮੀਟਰ ਤੱਕ ਜਿਹੜਾ ਹੈ ਉਸਨੂੰ ਆਪਾਂ ਕਹਿੰਦੇ ਹਾਂ ਨੋਰਮਲ ਜਾਂ ਆਰਡੀਨਰੀ ਜਾਂ IR ਰੀਜਨ, ਸਿੰਪਲੀ IR ਰੀਜਨ, ਠੀਕ ਹੈ। ਅਤੇ ਜਿਹੜਾ 15 ਤੋਂ 200 ਮਾਈਕਰੋਮੀਟਰ ਦਾ ਰੀਜਨ ਹੈ 667 ਤੋਂ 50 ਪਰ ਸੈਂਟੀਮੀਟਰ, ਠੀਕ ਹੈ, ਉਸਨੂੰ ਆਪਾਂ ਕਹਿੰਦੇ ਹਾਂ ਫਾਰ IR ਰੀਜਨ। ਹੁਣ ਇਹਨੂੰ ਡਾਇਗਰਾਮੈਟਿਕਲੀ ਆਪਾਂ ਇੱਦਾਂ ਜਿਹੜੀ ਹੈ ਡਾਇਗਰਾਮ ਦੇ ਵਿੱਚ ਦਿਖਾ ਸਕਦੇ ਹਾਂ। ਨੀਅਰ ਹੈ ਜਿਹੜਾ 0.8 ਤੋਂ 2.5, IR ਜਿਹੜਾ ਜਾਂ ਆਰਡੀਨਰੀ IR, ਠੀਕ ਹੈ, ਉਸਨੂੰ ਆਪਾਂ ਉਹ ਹੈਗਾ 2.5 ਤੋਂ 15, 15 ਤੋਂ 200 ਹੈ ਜਿਹੜਾ ਉਹ ਕੀ ਆ ਫਾਰ IR, ਠੀਕ ਹੈ। ਜੇ ਵੇਵ ਨੰਬਰ ਦੇਖਣਾ ਤਾਂ ਆ ਲਿਖੇ ਹੋਏ ਨੇ, ਠੀਕ ਹੈ। ਇਹ ਹੈ IR ਰੀਜਨ ਜਿਹੜਾ ਕਿੱਥੋਂ ਤੋਂ ਕਿੱਥੇ ਤੱਕ ਉਹਦੀ ਜਿਹੜੇ ਸਪੈਨ ਕਰਦਾ, ਕਿੱਥੇ ਤੱਕ ਸਪੈਨ ਕਰਦਾ IR ਰੀਜਨ ਹੈ। ਉਸ ਤੋਂ ਬਾਅਦ IR ਸਪੈਕਟ੍ਰੋਸਕੋਪੀ ਦੀ ਥਿਊਰੀ, ਕਿਸੇ ਵੀ ਹੁਣ ਥਿਊਰੀ ਜਿਹੜੀ ਹੈ IR ਸਪੈਕਟਰ ਆਪਾਂ ਕਿਵੇਂ ਲੈਂਦੇ ਹਾਂ, ਇਹਦੇ ਪਿੱਛੇ ਪ੍ਰਿੰਸੀਪਲ ਕੀ ਹੈ, ਕੀ ਬੇਸਿਕ ਚੀਜ਼ ਆਪਾਂ ਯੂਜ਼ ਕਰਦੇ ਹਾਂ IR ਦੇ ਵਿੱਚ, ਉਹ ਆਪਾਂ ਪੜ੍ਹਨਾ ਹੁਣ, ਠੀਕ ਹੈ। ਥਿਊਰੀ ਕੀ ਹੁੰਦੀ ਹੈ IR ਦੀ। ਹੁਣ ਕੋਈ ਵੀ ਜਿਹੜਾ ਮੋਲੀਕਿਊਲ ਹੈ ਐਟਮਸ ਤੋਂ ਮਿਲ ਕੇ ਬਣਿਆ ਸਭ ਤੋਂ ਪਹਿਲਾਂ ਤਾਂ। ਹੁਣ ਐਟਮਸ ਨੇ ਜਿਹੜੇ ਆਪਦੀਆਂ ਪੋਜੀਸ਼ਨ 'ਤੇ ਫਿਕਸ ਤਾਂ ਰਹਿੰਦੇ ਨਹੀਂ ਹੈਗੇ, ਉਹ ਵਾਈਬਰੇਟ ਅਤੇ ਰੋਟੇਟ ਕਰਦੇ ਰਹਿੰਦੇ ਨੇ, ਠੀਕ ਹੈ।
ਜਾਂ ਉਹ ਵਾਈਬਰੇਟ ਕਰਦੇ ਰਹਿਣਗੇ ਆਪਦੀ ਮੇਨ ਪੋਜੀਸ਼ਨ 'ਤੇ, ਜਾਂ ਫਿਰ ਉਹ ਆਪਦੀ ਜਿਹੜੀ ਐਕਸਿਸ ਹੈ ਉੱਥੇ ਰੋਟੇਟ ਕਰਦੇ ਰਹਿਣਗੇ। ਠੀਕ ਹੈ, ਤਾਂ ਕੰਟੀਨਿਊਸਲੀ ਰੋਟੇਟਿੰਗ ਅਤੇ ਵਾਈਬਰੇਟਿੰਗ ਮੋਸ਼ਨ ਦੇ ਵਿੱਚ ਹੁੰਦੇ ਨੇ ਉਹ। ਹੁਣ ਜਿਹੜਾ ਇਹ IR ਸਪੈਕਟਰੋਸਕੋਪੀ ਆ, ਇਹਦੇ ਵਿੱਚ ਆਪਾਂ ਸਿਰਫ ਵਾਈਬਰੇਸ਼ਨਾਂ ਦੇਖਣੀਆਂ ਨੇ। ਰੋਟੇਸ਼ਨਸ ਨੇ ਜਿਹੜੀਆਂ ਉਹ ਰੋਟੇਸ਼ਨਲ ਸਪੈਕਟਰੋਸਕੋਪੀ ਦੇ ਵਿੱਚ ਆਪਾਂ, ਠੀਕ ਹੈ, ਉੱਥੇ ਦੇਖਾਂਗੇ। IR ਦੇ ਵਿੱਚ ਆਪਾਂ ਸਿਰਫ ਵਾਈਬਰੇਸ਼ਨਸ ਦੇਖਣੀਆਂ ਨੇ। ਠੀਕ ਹੈ, ਹੁਣ ਵਾਈਬਰੇਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਕੰਸੀਡਰ ਕਰਨ ਲਈ ਆਪਾਂ ਕੀ ਕਰਦੇ ਹਾਂ, ਮੰਨ ਲਓ ਇੱਕ ਮੋਲੀਕਿਊਲ ਹੈ ਜਿਹਦੇ ਵਿੱਚ 2 ਐਟਮਸ ਨੇ, ਡਾਈਐਟੋਮਿਕ ਮੋਲੀਕਿਊਲ ਹੈ। ਠੀਕ ਹੈ, ਉਹਦੇ ਵਿੱਚ ਐਟਮਸ ਨੇ ਜਿਹੜੇ ਉਹਨਾਂ ਨੂੰ ਆਪਾਂ ਸਫੀਅਰਸ ਮੰਨ ਕੇ ਚੱਲਦੇ ਹੁੰਦੇ ਹਾਂ। ਜਿਹੜਾ ਐਟਮਸ ਦੇ ਵਿਚਾਲੇ ਬੌਂਡ ਹੈ ਉਹਨੂੰ ਆਪਾਂ ਮੰਨ ਲੈਂਦੇ ਵੀ ਇੱਕ ਸਪਰਿੰਗ ਹੈ। ਠੀਕ ਹੈ, ਮਤਲਬ ਜਿਹੜੇ 2 ਐਟਮਸ ਨੇ ਉਹਨਾਂ ਨੂੰ ਐਜ਼ ਅ ਸਫੀਅਰ ਲੈ ਕੇ ਚੱਲਦੇ ਹਾਂ, ਐਜ਼ ਸਫੀਅਰਸ ਲੈ ਕੇ ਚੱਲਦੇ ਹਾਂ, ਅਤੇ ਜਿਹੜਾ ਬੌਂਡ ਹੈ ਉਸ ਨੂੰ ਆਪਾਂ ਇੱਕ ਸਪਰਿੰਗ ਲੈ ਕੇ ਚੱਲਦੇ ਹਾਂ। ਮਤਲਬ ਜਿਹੜੀਆਂ 2 ਸਫੀਅਰਸ ਨੇ ਇੱਕ ਸਪਰਿੰਗ ਦੇ ਨਾਲ ਜੁੜੀਆਂ ਹੋਈਆਂ ਨੇ, ਮਤਲਬ 2 ਸਫੀਅਰਸ ਨੇ ਉਹਨਾਂ ਦੇ ਵਿਚਾਲੇ ਕੀ ਹੈ, ਇੱਕ ਸਪਰਿੰਗ ਹੈ, ਇੱਦਾਂ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਹੁਣ ਉਸ ਤੋਂ ਬਾਅਦ ਜਿਹੜਾ ਸਪਰਿੰਗ ਹੈ ਉਹਦਾ ਵੇਟ ਨਹੀਂ ਹੋਣਾ ਚਾਹੀਦਾ। ਮਤਲਬ ਸਪਰਿੰਗ, ਕਿਉਂਕਿ ਬੌਂਡ ਦਾ ਵੇਟ ਨਹੀਂ ਹੁੰਦਾ, ਠੀਕ ਹੈ, ਐਟਮਸ ਦਾ ਵੇਟ ਹੁੰਦਾ, ਤਾਂ ਸਪਰਿੰਗ ਦਾ ਵੀ ਵੇਟ ਨਹੀਂ ਹੋਣਾ ਚਾਹੀਦਾ। ਸਫੀਅਰਸ ਦਾ ਜਿਹੜਾ ਹੈ ਉਹ ਵੇਟ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇਹ ਹੁਣ ਇਹਦੇ ਵਿੱਚ ਹੋਊਗਾ ਕਿ ਇਹਦੇ ਵਿੱਚ ਹੋਊਗਾ ਇਹ ਵੀ ਜਦੋਂ ਜਿਹੜੀਆਂ ਸਫੀਅਰਸ ਨੇ ਆਪਦੀ ਮੇਨ ਪੋਜੀਸ਼ਨ ਦੇ ਅਰਾਊਂਡ ਵਾਈਬਰੇਟ ਕਰਨਗੀਆਂ। ਠੀਕ ਹੈ, ਤਾਂ ਹੋਊਗਾ ਕਿ ਇੱਕ ਵਾਰੀ ਤਾਂ ਉਹ ਸਪਰਿੰਗ ਹੈ ਜਿਹੜਾ ਪੂਰੇ ਦਾ ਪੂਰਾ ਕੱਸਿਆ ਜਾਊਗਾ, ਮਤਲਬ ਟਾਈਟ ਹੋ ਜਾਊਗਾ। ਇੱਕ ਵਾਰੀ ਪੂਰੇ ਦਾ ਪੂਰਾ ਖਿੱਚਿਆ ਜਾਊਗਾ ਉਹ। ਠੀਕ ਹੈ, ਕੰਪਰੈਸ ਹੋਊਗਾ ਅਤੇ ਸਟਰੈਚ ਹੋਊਗਾ। ਤਾਂ ਕੰਪਰੈਸ ਅਤੇ ਸਟਰੈਚ ਹੁੰਦਾ ਵਿੱਚ ਵਿਚਾਲੇ ਜਿਹੜੀ ਉਹਦੀ ਪੋਜੀਸ਼ਨ ਆਊਗੀ ਉਹ ਆਊਗੀ ਪੋਜੀਸ਼ਨ ਇਕੁਇਲਿਬਰੀਅਮ ਦੀ ਪੋਜੀਸ਼ਨ। ਤਾਂ ਮਤਲਬ ਉਹਦੇ ਵਿੱਚ 3 ਤਰ੍ਹਾਂ ਦੀਆਂ ਪੋਜੀਸ਼ਨਸ ਹੋਣਗੀਆਂ। ਠੀਕ ਹੈ, 3 ਤਰ੍ਹਾਂ ਦੀਆਂ ਪੋਜੀਸ਼ਨਸ ਕਿਹੜੀਆਂ ਹੋਣਗੀਆਂ? ਇੱਕ ਤਾਂ ਸਟਰੈਚਿੰਗ, ਤਾਂ ਦੋਨੇ ਬੋਲਸ ਆਪਾਂ ਫੜ ਕੇ ਖਿੱਚ ਲਈਆਂ। ਠੀਕ ਹੈ, ਜਦੋਂ ਛੱਡੀਆਂ ਬੋਲਸ, ਠੀਕ ਹੈ, ਤਾਂ ਉਹ ਇੱਕ ਪੋਜੀਸ਼ਨ 'ਤੇ ਆ ਕੇ ਰੁਕ ਗਈਆਂ। ਉਹ ਪੋਜੀਸ਼ਨ ਕਿਹੜੀ ਹੈ? ਇਕੁਇਲਿਬਰੀਅਮ। ਉਸ ਤੋਂ ਬਾਅਦ ਉਹਨੂੰ ਆਪਾਂ ਕੰਪਰੈਸ ਵੀ ਕਰ ਸਕਦੇ ਹਾਂ। ਜਦੋਂ ਕੰਪਰੈਸ ਕਰਾਂਗੇ ਫਿਰ ਉਹ ਇਕੁਇਲਿਬਰੀਅਮ 'ਤੇ ਜਾ ਕੇ ਫਿਰ ਸਟਰੈਚ ਹੋ ਜਾਣਗੀਆਂ। ਫਿਰ ਸਟਰੈਚਿੰਗ ਤੋਂ ਬਾਅਦ ਕਿਸੇ ਹੱਦ ਤੱਕ ਸਟਰੈਚ ਹੋ ਸਕਦੀਆਂ ਨੇ, ਫਿਰ ਉਹ ਆਉਣਗੀਆਂ ਇਕੁਇਲਿਬਰੀਅਮ 'ਤੇ, ਫਿਰ ਅੰਦਰ ਨੂੰ ਕੰਪਰੈਸ਼ਨ ਵਾਲੀ। ਫਿਰ ਆਏ ਮਤਲਬ ਜਿਹੜੀ ਇਹ ਮੋਸ਼ਨ ਹੈ, ਵਾਈਬਰੇਸ਼ਨਲ ਮੋਸ਼ਨ ਹੈ ਜਿਹੜਾ ਉਹ ਐਟਮਸ ਦਾ ਅਤੇ ਸਪਰਿੰਗ ਦਾ ਚੱਲਦਾ ਹੀ ਰਹੂਗਾ। ਠੀਕ ਹੈ, ਅਤੇ ਜਿਹੜੀਆਂ ਵਾਈਬਰੇਸ਼ਨਸ ਨੇ ਕਿਸੇ ਵੀ ਮੋਲੀਕਿਊਲ ਦੇ ਵਿੱਚ ਉਹਨਾਂ ਨੂੰ ਆਪਾਂ ਬਰੋਡਲੀ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲੀ ਜਿਹੜੀ ਕੈਟੇਗਰੀ ਹੈ ਉਹ ਹੈ ਬੈਂਡਿੰਗ ਵਾਈਬਰੇਸ਼ਨਸ। ਠੀਕ ਹੈ, ਦੂਸਰੀ ਹੈ ਜਿਹੜੀ ਸਟਰੈਚਿੰਗ ਵਾਈਬਰੇਸ਼ਨ। ਆਪਾਂ ਸਭ ਤੋਂ ਪਹਿਲਾਂ ਸਟਰੈਚਿੰਗ ਨੂੰ ਪੜ੍ਹਾਂਗੇ। ਸਟਰੈਚ ਕਰਨਾ ਆਪਾਂ ਨੂੰ ਪਤਾ, ਸਟਰੈਚ ਹੁੰਦਾ ਖਿੱਚਣਾ, ਠੀਕ ਹੈ, ਜਾਂ ਵਧਾਉਣਾ, ਲਫਾਉਣਾ, ਅਤੇ ਦੂਸਰਾ ਬੈਂਡ ਹੁੰਦਾ ਮੋੜਨਾ। ਠੀਕ ਹੈ, ਮਤਲਬ ਕਿਸੇ ਵੀ ਚੀਜ਼ ਨੂੰ ਮੋੜ ਦੇਣਾ ਉਹ ਹੁੰਦਾ ਬੈਂਡ ਕਰਨਾ, ਅਤੇ ਖਿੱਚਣਾ, ਖਿਚਾਅ ਪੈਦਾ ਕਰਨਾ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਸਟਰੈਚਿੰਗ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਸਟਰੈਚਿੰਗ ਪੜ੍ਹਾਂਗੇ। ਸਟਰੈਚਿੰਗ ਵਾਈਬਰੇਸ਼ਨ ਦੇ ਵਿੱਚ ਹੋਊਗਾ ਕਿ ਇਹ ਜਿਹੜੀਆਂ ਵਾਈਬਰੇਸ਼ਨਸ ਨੇ ਇਹਨਾਂ ਦੇ ਵਿੱਚ ਮੰਨ ਲਓ ਕੋਈ ਡਾਈਐਟੋਮਿਕ ਮੋਲੀਕਿਊਲ ਹੈ AB, ਜਿਹੜੇ ਐਟਮਸ ਨੇ ਉਹ ਇੱਕ ਦੂਸਰੇ ਦੇ ਵੱਲ ਮੂਵ ਕਰ ਰਹੇ ਨੇ ਜਾਂ ਇੱਕ ਦੂਸਰੇ ਤੋਂ ਦੂਰ ਜਾ ਰਹੇ ਨੇ। ਜਾ ਕਿਹੜੀ ਐਕਸਿਸ ਦੇ ਅਲੋਂਗ ਰਹੇ ਨੇ? ਬੌਂਡ ਐਕਸਿਸ ਹੈ ਜਿਹੜੀ। ਜਿਵੇਂ A ਅਤੇ B ਕੋਈ ਮੋਲੀਕਿਊਲ ਹੈ, ਉਹਦੇ ਵਿੱਚ AB ਦਾ ਜਿਹੜਾ ਬੌਂਡ ਹੈ, ਵਿੱਚ ਵਾਲਾ ਬੌਂਡ ਹੈ, ਆ ਮੰਨ ਲਓ A ਹੈ, ਆ B ਹੈ। ਬੌਂਡ ਨੂੰ ਆਪਾਂ ਕੀ ਬਣਿਆ? ਸਪਰਿੰਗ। ਠੀਕ ਹੈ, ਸਪਰਿੰਗ ਦੀ ਐਕਸਿਸ ਹੈ ਜਿਹੜੀ, ਉਸ ਐਕਸਿਸ ਦੇ ਅਲੋਂਗ ਉਹ ਜਾਂ ਇੱਕ ਦੂਸਰੇ ਦੇ ਵੱਲ ਜਾ ਰਹੇ ਨੇ। ਠੀਕ ਹੈ, ਮਤਲਬ ਕੰਪਰੈਸ ਹੋ ਰਹੇ ਨੇ, ਜਾਂ ਇੱਕ ਦੂਸਰੇ ਤੋਂ ਦੂਰ ਜਾ ਰਹੇ ਨੇ, ਮਤਲਬ ਸਟਰੈਚ ਹੋ ਰਹੇ ਨੇ। ਵਿੱਚ ਵਿਚਾਲੇ ਵਾਲੀ ਪੋਜੀਸ਼ਨ ਹੈ ਜਿਹੜੀ ਉਹ ਕੀ ਹੋਊਗੀ? ਉਹਦੀ ਇਕੁਇਲਿਬਰੀਅਮ, ਮਤਲਬ ਜਿੰਨੀ ਨਾਰਮਲ ਬੌਂਡ ਲੈਂਥ ਹੈ। ਠੀਕ ਹੈ, ਉਹ ਕੀ ਹੋਊਗੀ? ਇਕੁਇਲਿਬਰੀਅਮ। ਸਟਰੈਚ ਕਰਕੇ ਵੀ ਕਿੰਨਾ ਵੱਧ ਤੋਂ ਵੱਧ ਸਟਰੈਚ ਹੋ ਸਕਦਾ, ਕਿਉਂਕਿ ਇੱਦਾਂ ਹੀ ਹੁੰਦਾ ਨਾ, ਐਟਮ ਕਿਸੇ ਹੱਦ ਤੱਕ ਐਟਮਸ ਮੋਲੀਕਿਊਲ ਜਿਹੜਾ ਹੈ ਉਹਦੇ ਐਟਮਸ ਕਿਸੇ ਹੱਦ ਤੱਕ ਇੱਕ ਦੂਸਰੇ ਤੋਂ ਦੂਰ ਜਾ ਸਕਦੇ। ਜੇ ਉਸ ਤੋਂ ਵੱਧ ਦੂਰ ਜਾਣਗੇ ਤਾਂ ਮੋਲੀਕਿਊਲ ਟੁੱਟ ਜੂਗਾ। ਠੀਕ ਹੈ, ਐਟਮਸ ਇੱਕ ਦੂਸਰੇ ਤੋਂ ਅਲੱਗ ਹੋ ਜਾਣਗੇ ਤਾਂ ਮੋਲੀਕਿਊਲ ਟੁੱਟ ਜੂਗਾ, ਮੋਲੀਕਿਊਲ ਦੀ ਐਗਜ਼ਿਸਟੈਂਸ ਨਹੀਂ ਰਹਿਣੀ। ਇਸੇ ਤਰ੍ਹਾਂ ਸਪਰਿੰਗ ਦੇ ਵਿੱਚ ਕਿਸੇ ਹੱਦ ਤੱਕ ਆਪਾਂ ਸਪਰਿੰਗ ਨੂੰ ਖਿੱਚ ਸਕਦੇ ਹਾਂ, ਕਿਸੇ ਹੱਦ ਤੱਕ ਹੀ ਕੰਪਰੈਸ ਕਰ ਸਕਦੇ ਹਾਂ। ਹੁਣ ਕੰਪਰੈਸ਼ਨ ਦੇ ਵਿੱਚ ਜੇ ਆਪਾਂ ਐਟਮਸ ਨੂੰ ਦੇਖੀਏ, ਐਟਮਸ ਦੇ ਵਿੱਚ ਹੁੰਦੇ ਨੇ ਕਿ ਨਿਊਕਲੀਅਸ ਦੇ ਅਰਾਊਂਡ ਇਲੈਕਟ੍ਰੋਨਸ ਰਿਵੋਲਵ ਕਰ ਰਹੇ, ਤਾਂ ਐਟਮਸ ਜਦੋਂ ਓਵਰਲੈਪ ਕਰਨਗੇ ਆਪਸ ਦੇ ਵਿੱਚ ਤਾਂ ਕਿਸੇ ਹੱਦ ਤੱਕ ਹੀ ਉਹ ਓਵਰਲੈਪ ਕਰ ਸਕਦੇ ਨੇ। ਜੋ ਉਸ ਹੱਦ ਤੋਂ ਅੰਦਰ ਜਾਣਗੇ ਤਾਂ ਉਹਦੇ ਇਲੈਕਟ੍ਰੋਨਸ ਨੇ ਜਿਹੜੇ ਇੱਕ ਦੂਸਰੇ ਐਟਮਸ ਦੇ ਆਪਸ 'ਚ ਉਹ ਰਿਪੈਲ ਕਰਨ ਲੱਗ ਜਾਣਗੇ। ਠੀਕ ਹੈ, ਉਸ ਤੋਂ ਅੰਦਰ ਉਹ ਆਪਾਂ ਉਹਨੂੰ ਕੰਪਰੈਸ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਸਟਰੈਚ ਵੀ ਨਹੀਂ ਕਰ ਸਕਦੇ ਅਤੇ ਕੰਪਰੈਸ ਵੀ ਨਹੀਂ ਕਰ ਸਕਦੇ। ਇਹਦੀਆਂ ਲਿਮਿਟਸ ਹੁੰਦੀਆਂ ਨੇ। ਠੀਕ ਹੈ, ਤਾਂ ਉਸ ਤੋਂ ਬਾਅਦ ਇਹ ਜਿਹੜੀ ਸਟਰੈਚਿੰਗ ਵਾਈਬਰੇਸ਼ਨ ਹੈ, ਠੀਕ ਹੈ, ਇਹਦੇ ਵਿੱਚ ਹੋਊਗਾ ਕਿ ਮੇਨਲੀ ਹੋਊਗਾ ਕਿ ਇਹਦੇ ਵਿੱਚ ਬੌਂਡ ਲੈਂਥ ਹੈ ਜਿਹੜੀ ਚੇਂਜ ਹੋਊਗੀ। ਕੰਪਰੈਸ਼ਨ ਦੇ ਵਿੱਚ ਬੌਂਡ ਛੋਟਾ ਹੋ ਜਾਊਗਾ, ਸਟਰੈਚਿੰਗ ਦੇ ਵਿੱਚ ਜਿਹੜਾ ਬੌਂਡ ਹੈ ਉਹ ਲੰਬਾ ਹੋ ਜਾਊਗਾ ਨਾਰਮਲ ਬੌਂਡ ਲੈਂਥ ਨਾਲੋਂ। ਨਾਰਮਲ ਬੌਂਡ ਲੈਂਥ ਕਿਹੜੀ ਹੈ? ਇਕੁਇਲਿਬਰੀਅਮ ਵਾਲੀ। ਠੀਕ ਹੈ,
ਉਸ ਤੋਂ ਬਾਅਦ ਇਹ ਜਿਹੜੀਆਂ ਸਟ੍ਰੈਚਿੰਗ ਵਾਈਬ੍ਰੇਸ਼ਨਸ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਆਪਣੇ ਕੋਲੇ, ਦੋ ਤਰ੍ਹਾਂ ਦੀਆਂ ਜਿਹੜੀਆਂ ਸਟ੍ਰੈਚਿੰਗ ਵਾਈਬ੍ਰੇਸ਼ਨਸ ਹੁੰਦੀਆਂ। ਹੁਣ ਇਹਦਾ ਸੀਗਾ ਆਪਣੇ ਕੋਲੇ ਸਿੰਪਲ ਡਾਇਐਟੋਮਿਕ ਮੋਲੀਕਿਊਲ, ਮੰਨ ਲਓ ਆਪਣੇ ਕੋਲੇ ਟ੍ਰਾਈਐਟੋਮਿਕ, ਟੈਟਰਾਐਟੋਮਿਕ, ਪੈਂਟਾਐਟੋਮਿਕ ਜਾਂ ਫਿਰ ਕਹਿ ਲਓ ਇਨ ਜਨਰਲ ਪੋਲੀਐਟੋਮਿਕ ਮੋਲੀਕਿਊਲਸ ਨੇ, ਠੀਕ ਹੈ। ਜਿਵੇਂ ਆਪਣੇ ਕੋਲ ਟ੍ਰਾਈਐਟੋਮਿਕ ਹੀ ਹੈ, ਮੰਨ ਲਓ ਜਿੱਦਾਂ ਵਾਟਰ ਹੁੰਦਾ ਆਪਣੇ ਕੋਲੇ, ਤਾਂ ਟ੍ਰਾਈਐਟੋਮਿਕ ਮੋਲੀਕਿਊਲ ਦੇ ਵਿੱਚ ਕੀ ਹੋਊਗਾ, ਜਿਹੜਾ ਸੈਂਟਰਲ ਐਟਮ ਹੈ, ਜਿੱਦਾਂ ਮੰਨ ਲਓ ਆਹ ਆਪਣੇ ਕੋਲੇ ਹੈ, ਠੀਕ ਹੈ, ਆਹ ਸੈਂਟਰਲ ਐਟਮ ਹੋ ਗਿਆ, ਠੀਕ ਹੈ। ਹੁਣ ਆਹ ਦੋ ਜਿਹੜੇ ਐਟਮਸ ਨੇ ਇਹ ਜਾਂ ਤਾਂ ਕੀ ਹੋ ਸਕਦੇ ਨੇ, ਇਹ ਐਟਮਸ ਇਹਦੇ ਵੱਲ ਨੂੰ ਮੂਵ ਕਰ ਸਕਦੇ ਆ ਜਾਂ ਇਹ ਤੋਂ ਦੂਰ ਨੂੰ ਮੂਵ ਕਰ ਸਕਦੇ ਆ, ਠੀਕ ਹੈ, ਇਕੱਠੇ। ਜਾਂ ਤਾਂ ਇਹ ਦੋ ਕੀ ਹੈ, ਇੱਕ ਵਾਰੀ ਤਾਂ ਇਹ ਦੋਨੇ ਅੰਦਰ ਨੂੰ ਜਾ ਰਹੇ ਨੇ, ਦੂਸਰੀ ਵਾਰੀ ਬਾਹਰ ਨੂੰ ਆ ਰਹੇ ਨੇ, ਮਤਲਬ ਇਕੱਠੇ ਜਾ ਰਹੇ ਨੇ। ਜੇ ਅੰਦਰ ਨੂੰ ਜਾ ਰਹੇ ਉਹ ਵੀ ਇਕੱਠੇ, ਬਾਹਰ ਨੂੰ ਆ ਰਹੇ ਉਹ ਵੀ ਇਕੱਠੇ, ਠੀਕ ਹੈ। ਤਾਂ ਉਹ ਕੀ ਹੋ ਗਿਆ, ਸਿਮੈਟ੍ਰਿਕ, ਮਤਲਬ ਜਿੱਦਾਂ ਇੱਕ ਮੂਵ ਕਰਦਾ ਉੱਦਾਂ ਉਸੇ ਤਰ੍ਹਾਂ ਹੀ ਦੂਸਰਾ ਮੂਵ ਕਰਦਾ, ਜਾਂ ਦੋਨੇ ਅੰਦਰ ਨੂੰ ਜਾਣਗੇ ਜਾਂ ਦੋਨੇ ਬਾਹਰ ਵੱਲ ਨੂੰ ਆਉਣਗੇ, ਮਤਲਬ ਜਾਂ ਤਾਂ ਦੋਨੇ ਕੰਪਰੈਸ ਹੋਣਗੇ ਜਾਂ ਸਟ੍ਰੈਚ ਹੋਣਗੇ। ਹੁਣ ਇਹ ਹੋ ਗਈ ਸਿਮੈਟ੍ਰਿਕ ਵਾਈਬ੍ਰੇਸ਼ਨ, ਠੀਕ ਹੈ। ਜਿਵੇਂ ਫਾਰ ਐਗਜ਼ਾਮਪਲ ਇਹੋ ਜਿਹੀ ਵਾਈਬ੍ਰੇਸ਼ਨ ਜਿਹੜੀ ਹੁੰਦੀ ਆ ਉਹ ਹੁੰਦੀ ਆ CH ਸਿਮੈਟ੍ਰਿਕ ਸਟ੍ਰੈਚਿੰਗ ਵਾਈਬ੍ਰੇਸ਼ਨ। CH2 ਗਰੁੱਪ ਦੇ ਵਿੱਚ ਜਿਹੜੀ ਹੁੰਦੀ ਆ ਉਹ ਕਿੰਨੇ 'ਤੇ ਹੁੰਦੀ ਆ, 2853 ਪਰ ਸੈਂਟੀਮੀਟਰ ਦੇ ਉੱਪਰ। ਹੁਣ ਉਸ ਤੋਂ ਬਾਅਦ ਜਿਹੜੀ ਸੈਕਿੰਡ ਵਾਈਬ੍ਰੇਸ਼ਨ ਹੈ, ਸੈਕਿੰਡ ਵਾਈਬ੍ਰੇਸ਼ਨ ਕੀ ਹੈ, ਅਸਿਮੈਟ੍ਰਿਕ ਵਾਈਬ੍ਰੇਸ਼ਨ। ਹੁਣ ਅਸਿਮੈਟ੍ਰਿਕ ਵਾਈਬ੍ਰੇਸ਼ਨ ਦੇ ਵਿੱਚ ਕੀ ਹੈ, ਮੰਨ ਲਓ ਆ ਜਿਹੜਾ ਹੈ ਇਹ ਅੰਦਰ ਨੂੰ ਜਾ ਰਿਹਾ, ਮਤਲਬ ਇਸ ਐਟਮ ਦੇ ਵੱਲ ਨੂੰ ਮੂਵ ਕਰ ਰਿਹਾ, ਅਤੇ ਆ ਜਿਹੜਾ ਹੈ ਇਸ ਐਟਮ ਤੋਂ ਦੂਰ ਨੂੰ ਮੂਵ ਕਰ ਰਿਹਾ, ਮਤਲਬ ਇੱਦਾਂ ਲਾ ਲਓ ਵੀ ਇਹ ਬੌਂਡ ਜਿਹੜਾ ਹੈ ਵੱਡਾ ਹੋ ਗਿਆ, ਜਿਹੜਾ ਆ ਬੌਂਡ ਹੈ ਇਹ ਛੋਟਾ ਹੋ ਗਿਆ। ਦੇਖੋ ਆ ਬੌਂਡ ਵੱਡਾ ਹੋ ਗਿਆ, ਆ ਬੌਂਡ ਛੋਟਾ ਹੋ ਗਿਆ। ਅਤੇ ਹੁਣ ਦੂਸਰੇ ਟਾਈਮ 'ਤੇ ਕੀ ਹੋ ਰਿਹਾ, ਇਹ ਜਿਹੜਾ ਬੌਂਡ ਹੈ ਇਹ ਤੋਂ ਦੂਰ ਨੂੰ ਜਾ ਰਿਹਾ, ਠੀਕ ਹੈ। ਆ ਜਿਹੜਾ ਹੈ ਇਹ ਐਟਮ ਇਹਦੇ ਵੱਲ ਨੂੰ ਆ ਰਿਹਾ, ਤਾਂ ਉੱਥੇ ਕੀ ਹੋਊਗਾ, ਆ ਬੌਂਡ ਛੋਟਾ ਹੋ ਗਿਆ, ਆ ਬੌਂਡ ਵੱਡਾ ਹੋ ਗਿਆ, ਠੀਕ ਹੈ। ਤਾਂ ਇਹ ਮਤਲਬ ਜੇ ਇੱਕ ਵੱਧ ਰਿਹਾ ਬੌਂਡ ਦੂਸਰਾ ਘੱਟ ਰਿਹਾ, ਜੇ ਇੱਧਰਲਾ ਵੱਧ ਰਿਹਾ ਇਹ ਘੱਟ ਰਿਹਾ, ਠੀਕ ਹੈ। ਇਹ ਚੀਜ਼ ਹੋਊਗੀ, ਮਤਲਬ ਅਸਿਮੈਟ੍ਰਿਕ ਹੋਊਗਾ, ਸਿਮੈਟਰੀ ਨਹੀਂ ਹੋਊਗੀ। ਜੇ ਇੱਕ ਵੱਧਦਾ ਤਾਂ ਦੂਸਰਾ ਘਟੂਗਾ, ਇੱਕ ਘੱਟਦਾ ਤਾਂ ਦੂਸਰਾ ਵਧੂਗਾ, ਠੀਕ ਹੈ। ਤਾਂ ਇਹੋ ਜਿਹੀ ਜਿਹੜੀ ਸਟ੍ਰੈਚਿੰਗ ਹੋਊਗੀ, ਮਤਲਬ ਇੱਕ ਸਟ੍ਰੈਚ ਹੋ ਰਿਹਾ, ਇੱਕ ਕੰਪਰੈਸ ਹੋ ਰਿਹਾ, ਠੀਕ ਹੈ, ਉਸ ਨੂੰ ਆਪਾਂ ਕੀ ਕਹਾਂਗੇ, ਅਸਿਮੈਟ੍ਰਿਕ ਸਟ੍ਰੈਚਿੰਗ। ਹੁਣ ਇਹੋ ਜਿਹੀ ਜਿਹੜੀ ਇਹਨੂੰ ਆਪਾਂ ਇੱਦਾਂ ਡਾਇਗਰਾਮੈਟਿਕਲੀ ਸ਼ੋ ਕਰ ਸਕਦੇ ਹਾਂ, ਠੀਕ ਹੈ। ਜਾਂ ਜਦੋਂ ਦੋਨੇ ਬਾਹਰ ਨੂੰ ਜਾਣਗੇ ਤਾਂ ਉਹ ਕੀ ਆ, ਸਿਮੈਟ੍ਰਿਕ। ਜਦੋਂ ਇੱਕ ਬਾਹਰ ਨੂੰ ਜਾਊਗਾ ਇੱਕ ਅੰਦਰ ਨੂੰ ਆਊਗਾ ਤਾਂ ਕੀ ਆ, ਅਸਿਮੈਟ੍ਰਿਕ, ਠੀਕ ਹੈ। ਅਤੇ ਇਹਦੇ ਵਿੱਚ ਹੋਊਗਾ ਕਿ ਕਿਉਂਕਿ ਸਪਰਿੰਗ ਹੈ, ਜੇ ਅੰਦਰ ਨੂੰ ਆਊਗਾ ਤਾਂ ਬਾਹਰ ਨੂੰ ਵੀ ਜਾਊਗਾ, ਜੇ ਬਾਹਰ ਨੂੰ ਜਾਊਗਾ ਤਾਂ ਅੰਦਰ ਨੂੰ ਵੀ ਆਊਗਾ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਸਪਰਿੰਗ ਹੈ, ਇਹਨੂੰ ਆਪਾਂ ਇੱਕ ਸਪਰਿੰਗ ਦੀ ਤਰ੍ਹਾਂ ਲੈ ਕੇ ਚੱਲਦੇ ਹਾਂ। ਜੇ ਆਪਾਂ ਇੱਥੇ ਐਰੋਜ਼ ਬਾਹਰ ਨੂੰ ਪਾਏ ਨੇ, ਇਹਦਾ ਮਤਲਬ ਕੀ ਆ ਵੀ ਅੰਦਰ ਨੂੰ ਆਊਗਾ ਹੀ ਆਊਗਾ, ਉਹ ਆਟੋਮੈਟਿਕਲੀ ਆਊਗਾ, ਠੀਕ ਹੈ। ਅੰਦਰਲੇ ਐਰੋ ਪਾਉਣ ਦੀ ਲੋੜ ਨਹੀਂ ਹੈਗੀ, ਇਸ ਚੀਜ਼ ਦਾ ਧਿਆਨ ਰੱਖਿਓ। ਹੁਣ ਉਸ ਤੋਂ ਬਾਅਦ ਜਿਹੜੀ ਇੱਥੇ ਆਪਾਂ ਦੋ ਤਰ੍ਹਾਂ ਦੀਆਂ ਸਟ੍ਰੈਚਿੰਗਸ ਪੜ੍ਹ ਲਈਆਂ, ਅਸਿਮੈਟ੍ਰਿਕ ਅਤੇ ਸਿਮੈਟ੍ਰਿਕ, ਠੀਕ ਹੈ। ਹੁਣ ਜੇ ਆਪਾਂ ਦੋਨਾਂ ਨੂੰ ਕੰਪੇਅਰ ਕਰਦੇ ਹਾਂ, ਸਿਮੈਟ੍ਰਿਕ ਹੈ ਜਿਹੜੀ ਉਹਦੇ ਵਿੱਚ ਕਿਉਂਕਿ ਦੋਨੇ ਐਟਮ ਸੇਮ ਡਾਇਰੈਕਸ਼ਨ ਦੇ ਵਿੱਚ ਜਾਂਦੇ ਨੇ, ਠੀਕ ਹੈ, ਉੱਥੇ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਤਣਾਅ ਹੈ ਮੋਲੀਕਿਊਲ ਦੇ ਵਿੱਚ ਨਹੀਂ ਆਉਂਦਾ, ਠੀਕ ਹੈ। ਜਿਹੜਾ ਅਸਿਮੈਟ੍ਰਿਕ ਹੈ, ਅਸਿਮੈਟ੍ਰਿਕ ਦੇ ਵਿੱਚ ਕੀ ਹੈ, ਇੱਕ ਬੌਂਡ ਦੀ ਲੈਂਥ ਵੱਧ ਜਾਂਦੀ ਆ, ਇੱਕ ਦੀ ਘੱਟ ਜਾਂਦੀ ਆ, ਆਪੋਜ਼ਿਟ ਮੂਵ ਕਰਦੇ ਨੇ, ਠੀਕ ਹੈ, ਉਹ ਦੋਨੇ। ਤਾਂ ਰਿਜ਼ਲਟੈਂਟ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਮੋਲੀਕਿਊਲ ਨੂੰ ਜਿਹੜਾ ਹੈ ਉਹ ਇਫੈਕਟ ਕਰੂਗਾ। ਤਾਂ ਉੱਥੇ ਕੀ ਹੋਊਗਾ, ਜਿਹੜੀ ਅਸਿਮੈਟ੍ਰਿਕ ਸਟ੍ਰੈਚ ਹੈ ਉਹਦੀ ਹਾਈ ਫ੍ਰੀਕੁਐਂਸੀ ਹੋਊਗੀ, ਜਾਂ ਫਿਰ ਕਹਿ ਲਓ ਉਹਨੂੰ ਐਨਰਜੀ ਵੱਧ ਚਾਹੀਦੀ ਆ ਐਜ਼ ਕੰਪੇਅਰ ਟੂ ਸਿਮੈਟ੍ਰਿਕ ਸਟ੍ਰੈਚ, ਜਿਹਦੀ ਕਿ ਸਟ੍ਰੈਚਿੰਗ ਫ੍ਰੀਕੁਐਂਸੀ ਜਿਹੜੀ ਹੈ ਉਹ ਘੱਟ ਹੋਊਗੀ। ਜਿਵੇਂ ਅਸਿਮੈਟ੍ਰਿਕ ਕਿੰਨੇ 'ਤੇ ਹੁੰਦੀ ਹੈਗੀ, 2926 'ਤੇ, ਠੀਕ ਹੈ। ਸਿਮੈਟ੍ਰਿਕ ਕਿੰਨੇ 'ਤੇ ਹੁੰਦੀ ਆ, ਆਪਾਂ ਪੜ੍ਹੀ ਸੀਗੀ, ਸਿਮੈਟ੍ਰਿਕ ਹੁੰਦੀ ਹੈਗੀ 2853 'ਤੇ। ਸਿਮੈਟ੍ਰਿਕ ਘੱਟ 'ਤੇ ਹੁੰਦੀ ਆ, ਅਸਿਮੈਟ੍ਰਿਕ ਹੈ ਜਿਹੜੀ ਉਹ ਵੱਧ 'ਤੇ ਹੁੰਦੀ ਆ। ਤਾਂ ਇਹ ਚੀਜ਼ ਸਿਮੈਟ੍ਰਿਕ ਨੂੰ ਆਪਾਂ ਪੜ੍ਹਿਆ ਸੀ ਨਾ, ਐਨਰਜੀ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਨਿਊ ਬਾਰ, ਅਤੇ ਜਿੰਨੀ ਐਨਰਜੀ ਘੱਟ ਹੋਊਗੀ ਨਿਊ ਬਾਰ ਵੀ ਘੱਟ ਹੋਊਗਾ, ਜੇ ਐਨਰਜੀ ਵੱਧ ਹੋਊਗੀ ਤਾਂ ਨਿਊ ਬਾਰ ਵੀ ਘੱਟ ਹੋਊਗਾ, ਠੀਕ ਹੈ। ਤਾਂ ਸਿਮੈਟ੍ਰਿਕ ਹੈ ਜਿਹੜੀ ਉਹਨੂੰ ਘੱਟ ਐਨਰਜੀ ਚਾਹੀਦੀ ਆ, ਲੋਅਰ ਫ੍ਰੀਕੁਐਂਸੀ 'ਤੇ ਹੁੰਦੀ ਆ। ਅਸਿਮੈਟ੍ਰਿਕ ਨੂੰ ਵੱਧ ਐਨਰਜੀ ਚਾਹੀਦੀ ਆ, ਉਹ ਹਾਇਰ ਫ੍ਰੀਕੁਐਂਸੀ 'ਤੇ ਜਾ ਕੇ ਅਕਰ ਕਰਦੀ ਹੈ, ਠੀਕ ਹੈ। ਹਾਂਜੀ, ਉਸ ਤੋਂ ਬਾਅਦ ਹੈ ਆਪਣੇ ਕੋਲ ਨੈਕਸਟ ਜਿਹੜੀਆਂ ਵਾਈਬ੍ਰੇਸ਼ਨਸ, ਬੈਂਡਿੰਗ ਵਾਈਬ੍ਰੇਸ਼ਨਸ। ਬੈਂਡਿੰਗ ਦਾ ਮਤਲਬ ਕੀ ਹੁੰਦਾ, ਮੋੜਨਾ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਬੈਂਡ ਪੈਦਾ ਕਰਨਾ ਕਿਸੇ ਵੀ ਚੀਜ਼ ਦੇ ਵਿੱਚ। ਹੁਣ ਜਿਵੇਂ ਬੈਂਡਿੰਗ ਵਾਈਬ੍ਰੇਸ਼ਨ ਦੇ ਵਿੱਚ ਆਪਾਂ ਨੂੰ ਪਤਾ, ਜਿਵੇਂ ਕੋਈ ਜਿਵੇਂ ਕੋਈ ਮੋਲੀਕਿਊਲ ਹੈ, ਮੰਨ ਲਓ ਟ੍ਰਾਈਐਟੋਮਿਕ ਮੋਲੀਕਿਊਲ ਹੀ ਹੈ, ਤਾਂ ਬੈਂਡਿੰਗ ਵਾਈਬ੍ਰੇਸ਼ਨ ਦੇ ਵਿੱਚ ਕੀ ਹੋਊਗਾ, ਉਹਦਾ ਬੌਂਡ ਐਂਗਲ ਚੇਂਜ ਹੋਊਗਾ। ਜਿਵੇਂ ਆ ਮੋਲੀਕਿਊਲ ਹੈ, ਇਹਦਾ ਬੌਂਡ ਐਂਗਲ ਮਤਲਬ ਬੌਂਡ ਸਟਰੈਂਥ ਜਿਹੜੀ ਹੈ ਲੈਂਥ ਉਹ ਚੇਂਜ ਨਹੀਂ ਹੋਊਗੀ, ਬੌਂਡ ਦਾ ਐਂਗਲ ਕਿਹੜਾ, ਆ ਚੀਜ਼ ਮਤਲਬ ਜਾਂ ਤਾਂ ਇਹ ਦੋਨੇ ਐਟਮਸ ਇੱਕ ਦੂਸਰੇ ਦੇ ਵੱਲ ਮੂਵ ਕਰਨਗੇ ਜਾਂ ਇੱਕ ਦੂਸਰੇ ਤੋਂ ਦੂਰ ਮੂਵ ਕਰਨਗੇ, ਠੀਕ ਹੈ। ਇਸ ਤਰੀਕੇ ਨਾਲ ਮਤਲਬ ਜਾਂ ਤਾਂ ਇਹ ਇੱਧਰ ਨੂੰ ਆਉਣਗੇ ਜਾਂ ਇਹ ਜਿਹੜੇ ਨੇ ਇਹ ਇੱਕ ਦੂਸਰੇ ਤੋਂ ਦੂਰ ਜਾਣਗੇ। ਬੌਂਡ ਐਂਗਲ ਵੱਧ ਗਿਆ, ਇੱਥੇ ਨਾਰਮਲ ਪੋਜੀਸ਼ਨ ਹੈ, ਇੱਥੇ ਆ ਕੇ ਬੌਂਡ ਐਂਗਲ ਘਟ ਗਿਆ, ਠੀਕ ਹੈ। ਤਾਂ ਦੋ ਤਰ੍ਹਾਂ ਦਾ ਮੋਸ਼ਨ ਹੋਊਗਾ ਇਹਦੇ ਵਿੱਚ, ਬੈਂਡਿੰਗ ਵਾਈਬ੍ਰੇਸ਼ਨਸ ਦੇ ਵਿੱਚ।
ਜਾਂ ਇਹ ਐਟਮਸ ਇੱਕ ਦੂਸਰੇ ਦੇ ਵੱਲ ਮੂਵ ਕਰਨਗੇ ਜਾਂ ਇੱਕ ਦੂਸਰੇ ਤੋਂ ਦੂਰ ਮੂਵ ਕਰਨਗੇ, ਇਹ ਚੀਜ਼ ਠੀਕ ਹੈ। ਹੁਣ ਜਿਹੜੀਆਂ ਇਹ ਵਾਈਬ੍ਰੇਸ਼ਨਸ ਨੇ ਇਹਦੇ ਵਿੱਚ ਕਿਉਂਕਿ ਮੋਲੀਕਿਊਲ ਦੀ ਸ਼ੇਪ ਹੀ ਇੱਕ ਤਰੀਕੇ ਨਾਲ ਵਿਗੜ ਜਾਂਦੀ ਹੈ ਤਾਂ ਇਹਨਾਂ ਨੂੰ ਆਪਾਂ ਡਿਫੋਰਮੇਸ਼ਨਸ ਵੀ ਕਹਿ ਸਕਦੇ ਹਾਂ। ਬੈਂਡਿੰਗ ਵਾਈਬ੍ਰੇਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਆਪਾਂ ਡਿਫੋਰਮੇਸ਼ਨਸ ਵੀ ਕਹਿ ਸਕਦੇ ਹਾਂ ਠੀਕ ਹੈ। ਹੁਣ ਦੋ ਤਰ੍ਹਾਂ ਦੀਆਂ ਜਿਹੜੀਆਂ ਬੈਂਡਿੰਗ ਵਾਈਬ੍ਰੇਸ਼ਨਸ ਹੁੰਦੀਆਂ ਨੇ ਆਪਣੇ ਕੋਲ ਜਨਰਲੀ, ਦੋ ਤਰ੍ਹਾਂ ਦੀਆਂ ਬੈਂਡਿੰਗ ਵਾਈਬ੍ਰੇਸ਼ਨਸ ਹੁੰਦੀਆਂ ਨੇ, ਇਨ ਪਲੇਨ ਬੈਂਡਿੰਗ ਵਾਈਬ੍ਰੇਸ਼ਨਸ ਅਤੇ ਆਊਟ ਆਫ ਪਲੇਨ ਬੈਂਡਿੰਗ ਵਾਈਬ੍ਰੇਸ਼ਨਸ। ਇਨ ਪਲੇਨ ਬੈਂਡਿੰਗ ਵਾਈਬ੍ਰੇਸ਼ਨਸ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਮੋਲੀਕਿਊਲ ਆਹ ਇੱਕ ਪਲੇਨ ਦੇ ਵਿੱਚ ਹੈ ਨਾ, ਇੱਦਾਂ ਤਿੰਨੇ ਆਈਟਮਸ ਨੇ ਜਿਹੜੇ ਇੱਕ ਪਲੇਨ ਦੇ ਵਿੱਚ ਨੇ ਤਾਂ ਪਲੇਨ ਇਹਨਾਂ ਦਾ ਚੇਂਜ ਨਾ ਹੋਵੇ, ਮਤਲਬ ਜਿਹੜੀ ਵੀ ਜਿਸ ਵੀ ਤਰ੍ਹਾਂ ਦੀ ਵਾਈਬ੍ਰੇਸ਼ਨ ਹੋ ਰਹੀ ਹੈ ਇਸ ਪਲੇਨ ਦੇ ਵਿੱਚ ਹੀ ਰਹੇ ਠੀਕ ਹੈ, ਪਲੇਨ ਚੇਂਜ ਨਾ ਹੋਵੇ, ਉਹ ਜਿਹੜੀਆਂ ਵਾਈਬ੍ਰੇਸ਼ਨਸ ਹੋਣਗੀਆਂ ਉਹ ਕੀ ਹੋਣਗੀਆਂ, ਇਨ ਪਲੇਨ ਬੈਂਡਿੰਗ ਵਾਈਬ੍ਰੇਸ਼ਨਸ। ਹੁਣ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਵਾਈਬ੍ਰੇਸ਼ਨਸ ਨੇ ਇਨ ਪਲੇਨ ਬੈਂਡਿੰਗ ਦੇ ਵਿੱਚ। ਜਿਹੜੀ ਪਹਿਲੀ ਹੈਗੀ ਆ ਉਹ ਹੈਗੀ ਆ ਸੀਜ਼ਰਿੰਗ ਠੀਕ ਹੈ। ਸੀਜ਼ਰਿੰਗ ਕੀ ਹੁੰਦੀ ਹੈ, ਜਿਵੇਂ ਆਪਾਂ ਨੂੰ ਪਤਾ ਕੈਂਚੀ ਦੇ ਦੰਦੇ ਇੱਕ ਦੂਸਰੇ ਵੱਲ ਮੂਵ ਕਰਦੇ ਹੁੰਦੇ ਆ ਠੀਕ ਹੈ, ਤਾਂ ਇੱਦਾਂ ਇਹ ਜਾਂ ਤਾਂ ਇਹ ਦੋਨੇ ਇਕੱਠੇ ਅੰਦਰ ਨੂੰ ਜਾਣਗੇ, ਇਕੱਠੇ ਹੀ ਬਾਹਰ ਨੂੰ ਆਉਣਗੇ ਠੀਕ ਹੈ, ਇਕੱਠੇ ਹੀ ਅੰਦਰ ਨੂੰ ਗਏ, ਇਕੱਠੇ ਹੀ ਬਾਹਰ ਨੂੰ ਆਏ, ਪਰ ਇਹਦਾ ਜਿਹੜਾ ਆਹ ਹੈ ਨਾ ਮਤਲਬ ਇੱਦਾਂ ਹੀ ਰਹੇ ਇਹ, ਜਾਂ ਇਕੱਠੇ ਅੰਦਰ ਨੂੰ ਆਏ ਇਕੱਠੇ ਹੀ ਬਾਹਰ ਨੂੰ ਗਏ, ਪਲੇਨ ਦੇ ਵਿੱਚ ਰਹੇ, ਮਤਲਬ ਪਲੇਨ ਇੱਦਾਂ ਹੀ ਰਿਹਾ ਇਹਦਾ ਠੀਕ ਹੈ, ਪਲੇਨ ਨਹੀਂ ਚੇਂਜ ਹੋਇਆ, ਮਤਲਬ ਪਲੇਨ ਤੋਂ ਉੱਪਰ ਥੱਲੇ ਨਹੀਂ ਆਏ, ਇਹ ਪਲੇਨ ਦੇ ਵਿੱਚ ਹੀ ਰਹੇ, ਇਨ ਪਲੇਨ ਬੈਂਡਿੰਗ ਵਾਈਬ੍ਰੇਸ਼ਨ। ਸੀਜ਼ਰਿੰਗ ਦੂਸਰੀ ਕੀ ਹੈ, ਰੌਕਿੰਗ। ਰੌਕਿੰਗ ਦੇ ਵਿੱਚ ਕੀ ਹੋਊਗਾ, ਦੋਨੇ ਐਟਮਸ ਨੇ ਜਿਹੜੇ ਉਹ ਸੇਮ ਡਾਇਰੈਕਸ਼ਨ ਦੇ ਵਿੱਚ ਜਾਣਗੇ, ਮਤਲਬ ਜਿਵੇਂ ਜੇ ਇਹ ਐਟਮ ਇੱਧਰ ਨੂੰ ਮੂਵ ਕਰ ਰਿਹਾ ਠੀਕ ਹੈ ਤਾਂ ਆਹ ਐਟਮ ਵੀ ਇੱਧਰ ਨੂੰ, ਜਿਵੇਂ ਆਹ ਆਪਣੇ ਕੋਲੇ ਫਿਕਸ ਹੈ ਠੀਕ ਹੈ, ਤਾਂ ਹੋਊਗਾ ਕਿ ਦੋਨੇ ਐਟਮ ਇੱਧਰ ਨੂੰ ਮੂਵ ਕਰਨਗੇ, ਫਿਰ ਦੋਨੇ ਐਟਮ ਜਿਹੜੇ ਉਹ ਇਸ ਸਾਈਡ ਨੂੰ ਮੂਵ ਕਰਨਗੇ, ਆਹ ਐਟਮ ਫਿਕਸ ਰਹੂਗਾ, ਆਹ ਦੋਨੇ ਐਟਮਸ ਨੇ ਜਿਹੜੇ ਉਹ ਮੂਵ ਕਰਨਗੇ ਇੱਦਾਂ, ਇਹ ਇੱਧਰ ਨੂੰ ਜਾਊਗਾ, ਇੱਧਰ ਨੂੰ ਜਾਊਗਾ, ਇੱਧਰ ਨੂੰ ਜਾਊਗਾ, ਇੱਧਰ ਨੂੰ ਜਾਊਗਾ ਠੀਕ ਹੈ, ਮਤਲਬ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਗੇ। ਸਿਸਰਿੰਗ ਦੇ ਵਿੱਚ ਕੀ ਸੀ, ਆਪੋਜ਼ਿਟ, ਮਤਲਬ ਇਹ ਇੱਧਰ ਨੂੰ ਜਾ ਰਿਹਾ, ਇਹ ਇੱਧਰ ਨੂੰ ਜਾ ਰਿਹਾ ਠੀਕ ਹੈ। ਰੌਕਿੰਗ ਦੇ ਵਿੱਚ ਕੀ ਹੋਊ, ਇਹ ਵੀ ਇੱਧਰ ਨੂੰ ਜਾਊਗਾ, ਇਹ ਵੀ ਇੱਧਰ ਨੂੰ ਜਾਊਗਾ, ਆਹ ਇੱਧਰ ਨੂੰ ਜਾਊਗਾ ਜੀ, ਆਹ ਵੀ ਇੱਧਰ ਨੂੰ ਜਾਊਗਾ ਠੀਕ ਹੈ। ਇਹ ਸੀ ਆਪਣੇ ਕੋਲੇ ਰੌਕਿੰਗ। ਜਿਹੜੀ ਤੀਸਰੀ ਅਗਲੀ ਹੈ ਆਪਣੇ ਕੋਲੇ ਸੈਕਿੰਡ ਤਰ੍ਹਾਂ ਦੀ ਬੈਂਡਿੰਗ ਵਾਈਬ੍ਰੇਸ਼ਨ, ਉਹ ਹੈ ਆਊਟ ਆਫ ਪਲੇਨ ਬੈਂਡਿੰਗ ਵਾਈਬ੍ਰੇਸ਼ਨ। ਆਊਟ ਆਫ ਪਲੇਨ ਦਾ ਕੀ ਮਤਲਬ ਹੈ ਵੀ ਜਿਵੇਂ ਆਹ ਤਿੰਨ ਆਈਟਮਸ ਨੇ ਇੱਕ ਪਲੇਨ ਦੇ ਵਿੱਚ ਇੱਦਾਂ ਠੀਕ ਹੈ, ਆਹ ਤਿੰਨੇ ਇੱਕ ਪਲੇਨ ਦੇ ਵਿੱਚ ਨੇ ਤਾਂ ਇਹਨਾਂ ਦੇ ਵਿੱਚੋਂ ਕੀ ਹੋ ਜੇ, ਆਹ ਜਿਹੜਾ ਹੈ ਜਿੱਦਾਂ ਆਹ ਹੈ ਇਹ ਪਲੇਨ ਤੋਂ ਬਾਹਰ ਨਿਕਲਿਆ ਹੋਇਆ ਉੱਪਰ ਨੂੰ, ਆਹ ਦੋਨੇ ਇੱਕ ਪਲੇਨ 'ਚ ਰਹਿ ਜਾਣ, ਤੀਸਰਾ ਪਲੇਨ ਤੋਂ ਬਾਹਰ ਆ ਜੇ ਠੀਕ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹੋਣਗੀਆਂ ਉਹਨਾਂ ਨੂੰ ਕੀ ਕਹਾਂਗੇ ਆਪਾਂ, ਆਊਟ ਆਫ ਪਲੇਨ ਬੈਂਡਿੰਗ ਵਾਈਬ੍ਰੇਸ਼ਨਸ। ਇਹਨਾਂ ਦੇ ਵਿੱਚ ਜਿਹੜੀ ਪਹਿਲੀ ਹੈ ਉਸ ਨੂੰ ਆਪਾਂ ਕੀ ਕਹਾਂਗੇ, ਵੈਗਿੰਗ। ਇਹ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਫਰਦਰ ਅੱਗੇ। ਪਹਿਲੀ ਜਿਹੜੀ ਹੈ ਉਹ ਹੈ ਵੈਗਿੰਗ। ਇਸ ਮੋਡ ਦੇ ਵਿੱਚ ਕੀ ਹੋਊਗਾ, ਜਿਹੜੇ ਦੋਨੇ ਆਈਟਮਸ ਨੇ ਉਹ ਇਕੱਠੇ, ਜਾਂ ਤਾਂ ਜਿਵੇਂ ਹੁਣ ਆਹ ਸੈਂਟਰਲ ਐਟਮ ਹੈ ਠੀਕ ਹੈ, ਆਹ ਦੋਨੇ ਆਈਟਮਸ ਨੇ ਜਿਹੜੇ, ਆਹ ਐਟਮ ਫਿਕਸ ਹੈ, ਆਹ ਦੋਨੇ ਆਈਟਮਸ ਨੇ ਜਿਹੜੇ ਇਹ ਜਾਂ ਤਾਂ ਦੋਨੇ ਅਪਵਰਡ ਮੋਸ਼ਨ ਮਤਲਬ ਅਪਵਰਡ ਡਾਇਰੈਕਸ਼ਨ ਦੇ ਵਿੱਚ ਇੱਦਾਂ ਹੋਣਗੇ, ਮਤਲਬ ਉੱਪਰ ਨੂੰ ਮੂਵ ਹੋਣਗੇ, ਮਤਲਬ ਜਿੱਦਾਂ ਦੇਖੋ ਆਹ ਸੀਗਾ ਨਾ ਇਹ, ਜਾਂ ਤਾਂ ਆਹ ਦੋਨੇ ਆਈਟਮਸ ਨੇ ਜਿਹੜੇ ਆਹ ਫਿਕਸ ਹੈ ਇੱਧਰ ਨੂੰ ਜਾਣਗੇ ਠੀਕ ਹੈ, ਪਲੇਨ ਤੋਂ ਬਾਹਰ ਨਿਕਲ ਗਏ, ਜਾਂ ਫਿਰ ਇਹ ਇਸ ਸਾਈਡ ਨੂੰ ਆਉਣਗੇ, ਦੋਨੇ ਪਲੇਨ ਤੋਂ ਬਾਹਰ ਨਿਕਲ ਗਏ ਠੀਕ ਹੈ। ਹੁਣ ਜੇ ਆਹ ਪਲੇਨ ਹੈ ਆਪਣਾ, ਜੇ ਤਾਂ ਪਲੇਨ ਤੋਂ ਉੱਪਰ ਨੂੰ ਆ ਰਹੇ ਨੇ ਤਾਂ ਆਪਾਂ ਇਹਨਾਂ ਨੂੰ ਪਲੱਸ ਨਾਲ ਡਿਨੋਟ ਕਰਾਂਗੇ, ਜੇ ਪਲੇਨ ਤੋਂ ਥੱਲੇ ਨੂੰ ਜਾ ਰਹੇ ਨੇ ਤਾਂ ਇਹਨਾਂ ਨੂੰ ਆਪਾਂ ਕੀ ਕਰਾਂਗੇ, ਮਾਈਨਸ ਨਾਲ ਡਿਨੋਟ ਕਰਾਂਗੇ ਠੀਕ ਹੈ। ਜਿਵੇਂ ਆਪਣਾ ਆਹ ਦਿਖਾਇਆ ਹੋਇਆ, ਦੋਨਾਂ 'ਤੇ ਪਲੱਸ ਹੈ, ਮਤਲਬ ਦੋਨੇ ਸੇਮ ਡਾਇਰੈਕਸ਼ਨ ਦੇ ਵਿੱਚ ਉੱਪਰ ਨੂੰ ਆ ਰਹੇ ਨੇ, ਜੇ ਦੋਨਾਂ 'ਤੇ ਮਾਈਨਸ ਹੈ ਤਾਂ ਦੋਨੇ ਨੀਚੇ ਨੂੰ ਜਾ ਰਹੇ ਨੇ ਠੀਕ ਹੈ। ਉਸ ਤੋਂ ਬਾਅਦ ਟਵਿਸਟਿੰਗ। ਟਵਿਸਟਿੰਗ ਆਪਾਂ ਨੂੰ ਪਤਾ ਹੀ ਹੈ, ਟਵਿਸਟ ਕਰਨਾ ਮਤਲਬ ਉਹਨੂੰ ਮੋੜਨਾ ਠੀਕ ਹੈ। ਇੱਕ ਇੱਧਰ ਨੂੰ ਜਾ ਰਿਹਾ, ਇੱਕ ਉੱਪਰ ਨੂੰ ਜਾ ਰਿਹਾ, ਇੱਕ ਥੱਲੇ ਨੂੰ ਆ ਰਿਹਾ, ਆਹ ਥੱਲੇ ਨੂੰ ਆ ਉੱਪਰ ਨੂੰ ਆ, ਜਾਂ ਫਿਰ ਆਹ ਥੱਲੇ ਨੂੰ ਆ ਉੱਪਰ ਨੂੰ ਠੀਕ ਹੈ। ਟਵਿਸਟ ਕਰਨਾ ਆਏ, ਟਵਿਸਟ ਹੋਣਾ ਮਤਲਬ ਘੁੰਮਣਾ, ਇੱਕ ਉਹ ਦੂਸਰੀ ਡਾਇਰੈਕਸ਼ਨ 'ਚ, ਦੂਸਰੀ ਡਾਇਰੈਕਸ਼ਨ ਦੇ ਵਿੱਚ ਇੱਦਾਂ ਦਿਖਾ। ਸਿਸਰਿੰਗ ਮਤਲਬ ਦੋਨੇ, ਸਕਿਜ਼ਰਿੰਗ ਮਤਲਬ ਦੋਨੇ ਇੱਕ ਦੂਸਰੇ ਵੱਲ, ਰੌਕਿੰਗ ਮਤਲਬ ਦੋਨੇ ਜਾਂ ਇੱਧਰ ਨੂੰ ਜਾਂ ਦੋਨੇ ਇੱਧਰ ਨੂੰ, ਇਹਦੇ ਵਿੱਚ ਜਾਂ ਦੋਨੇ ਅੰਦਰ ਨੂੰ ਜਾਂ ਦੋਨੇ ਬਾਹਰ ਨੂੰ, ਇਹਦੇ ਵਿੱਚ ਜਾਂ ਦੋਨੇ ਉੱਪਰ ਨੂੰ ਜਾਂ ਦੋਨੇ ਨੀਚੇ ਨੂੰ, ਇਹਦੇ ਵਿੱਚ ਇੱਕ ਉੱਪਰ ਨੂੰ ਇੱਕ ਨੀਚੇ ਨੂੰ ਆਏ, ਇੱਕ ਉੱਪਰ ਨੂੰ ਇੱਕ ਨੀਚੇ ਨੂੰ, ਇਹਦੇ ਵਿੱਚ ਦੋਨੇ ਉੱਪਰ ਨੂੰ ਦੋਨੇ ਨੀਚੇ ਨੂੰ, ਇਹਦੇ ਵਿੱਚ ਦੋਨੇ ਇੱਧਰ ਨੂੰ ਜਾਂ ਦੋਨੇ ਇੱਧਰ ਨੂੰ, ਇਹਦੇ ਵਿੱਚ ਇੱਦਾਂ ਠੀਕ ਹੈ। ਚਾਰ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਕੋਲ ਨੇ ਬੈਂਡਿੰਗ ਵਾਈਬ੍ਰੇਸ਼ਨਸ ਨੇ। ਉਸ ਤੋਂ ਬਾਅਦ ਕੀ ਹੁੰਦਾ ਆਪਣੇ ਕੋਲ ਵੀ, ਪਹਿਲਾਂ ਆਪਾਂ ਦੇਖਿਆ ਸੀ ਸਟ੍ਰੈਚਿੰਗ ਦੇ ਵਿੱਚ ਅਸਿਮੈਟ੍ਰਿਕ ਅਤੇ ਸਿਮੈਟ੍ਰਿਕ। ਹੁਣ ਬੈਂਡਿੰਗ 'ਚ ਦੇਖਦੇ ਹਾਂ, ਆਪਾਂ ਨੂੰ ਪਤਾ ਵੀ ਜਿਹੜਾ ਬੈਂਡ ਕਰਨਾ ਕਿਸੇ ਮੋਲੀਕਿਊਲ ਨੂੰ ਸੌਖਾ ਹੁੰਦਾ ਗਾ ਉਹਨੂੰ ਸਟ੍ਰੈਚ ਕਰਨ ਨਾਲੋਂ, ਮਤਲਬ ਬੈਂਡ ਤਾਂ ਆਪਾਂ ਇੱਦਾਂ ਕਰ ਹੀ ਦੇਣਾ ਇੱਕਦਮ ਠੀਕ ਹੈ, ਸਟ੍ਰੈਚ ਕਰਨਾ ਖਿੱਚਣਾ ਬਹੁਤ ਜ਼ਿਆਦਾ ਔਖਾ ਹੁੰਦਾ ਪਾਉਣ ਨੂੰ ਠੀਕ ਹੈ। ਤਾਂ ਕਰਕੇ ਜਿਹੜੀਆਂ ਬੈਂਡਿੰਗ ਵਾਈਬ੍ਰੇਸ਼ਨਸ ਨੇ ਉਹਨਾਂ ਦੀ ਫ੍ਰੀਕੁਐਂਸੀ ਲੋਅਰ ਹੁੰਦੀ ਆ, ਅਤੇ ਸਟ੍ਰੈਚਿੰਗ ਵਾਈਬ੍ਰੇਸ਼ਨਸ ਨੇ ਜਿਹੜੀਆਂ ਉਹਨਾਂ ਦੀ ਫ੍ਰੀਕੁਐਂਸੀ ਜਿਹੜੀ ਹੁੰਦੀ ਆ ਉਹ ਹਾਈ ਹੁੰਦੀ ਆ ਠੀਕ ਹੈ। ਇਹ ਸੀਗੀ ਥਿਊਰੀ।
ਜਿਹੜੀ ਹੈ ਥਿਊਰੀ ਤੇ ਟਾਈਪਸ ਆਫ ਵਾਈਬ੍ਰੇਸ਼ਨਸ ਇਨ ਮੋਲੀਕਿਊਲਸ। ਠੀਕ ਹੈ, ਹੁਣ ਇਹ ਸੀ ਆਪਣਾ ਸਟਾਰਟ ਹੋ ਗਿਆ ਇੱਥੋਂ IR ਜਿਹੜੀ ਹੈ ਸਪੈਕਟੋਸਕੋਪੀ। ਨੈਕਸਟ ਹੈ ਆਪਣੇ ਕੋਲੇ ਪ੍ਰਿੰਸੀਪਲ ਆਫ IR ਸਪੈਕਟੋਸਕੋਪੀ। ਹੁਣ ਪ੍ਰਿੰਸੀਪਲ ਦੇ ਵਿੱਚ ਕੀ ਆ ਜਾਊਗਾ ਵੀ ਕਿਹੜੀ ਚੀਜ਼ ਹੈ ਜਿਵੇਂ ਮੋਲੀਕਿਊਲ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਜਿਹਦੇ ਨਾਲ ਜਿਹੜਾ ਸਿਗਨਲ ਹੈ IR ਸਪੈਕਟੋਸਕੋਪੀ ਦੇ ਵਿੱਚ ਸਿਗਨਲ ਆਉਂਦਾ। ਠੀਕ ਹੈ, ਪ੍ਰਿੰਸੀਪਲ ਕੀ ਹੈ IR ਸਕੋਪਿਕ ਦਾ, ਮਤਲਬ ਕਿਵੇਂ ਗ੍ਰਾਫ ਕਿਵੇਂ ਬਣਦਾ IR ਸਪੈਕਟੋਸਕੋਪੀ ਦਾ, ਇਹ ਚੀਜ਼ ਆਪਾਂ ਹੁਣ ਪੜ੍ਹਨੀ ਆ। ਹੁਣ ਆਪਾਂ ਇਹ ਚੀਜ਼ ਪੜ੍ਹ ਲਈ ਵੀ ਵਾਈਬ੍ਰੇਸ਼ਨਲ ਅਤੇ ਰੋਟੇਸ਼ਨਲ ਮੋਸ਼ਨਸ ਹੁੰਦੇ ਨੇ IR ਸਪੈਕਟੋਸਕੋਪੀ ਦੇ ਵਿੱਚ, ਆਪਾਂ ਵਾਈਬ੍ਰੇਸ਼ਨਲ ਮੋਸ਼ਨਸ ਦੇ ਨਾਲ ਡੀਲ ਕਰਨਾ। ਠੀਕ ਹੈ, ਉਸ ਤੋਂ ਬਾਅਦ ਹੁਣ IR ਸਪੈਕਟੋਸਕੋਪੀ ਦਾ ਬੇਸਿਕ ਪ੍ਰਿੰਸੀਪਲ ਕੀ ਹੈ। ਬੇਸਿਕ ਪ੍ਰਿੰਸੀਪਲ ਇਹਦਾ ਕੀ ਆ ਵੀ ਜਦੋਂ ਕਿਸੇ ਮੋਲੀਕਿਊਲ ਦੇ ਵਿੱਚ IR ਰੇਡੀਏਸ਼ਨ ਐਬਜ਼ੋਰਬ ਹੁੰਦੀ ਹੈ, ਠੀਕ ਹੈ, ਤਾਂ ਉਸ ਦੇ ਵਿੱਚ ਕਿਸੇ ਪਰਟੀਕੂਲਰ ਵੇਵਲੈਂਥ ਦੀ ਇੱਕ ਵੇਵਲੈਂਥ ਦੀ IR ਜਦੋਂ ਰੇਡੀਏਸ਼ਨ ਐਬਜ਼ੋਰਬ ਹੁੰਦੀ ਆ ਉਸ ਟਾਈਮ 'ਤੇ ਮੋਲੀਕਿਊਲ ਦੇ ਵਿੱਚ ਵਾਈਬ੍ਰੇਸ਼ਨਲ ਐਨਰਜੀ ਲੈਵਲ ਚੇਂਜਸ ਹੁੰਦੇ ਨੇ। ਜਿਵੇਂ ਆਪਾਂ ਨੂੰ ਪਤਾ ਵੀ ਵਾਈਬ੍ਰੇਸ਼ਨਲ ਐਨਰਜੀ ਲੈਵਲ ਹੁੰਦੇ ਨੇ ਕਿਸੇ ਨਾ ਕਿਸੇ ਹਰੇਕ ਮੋਲੀਕਿਊਲ ਦੇ ਵਿੱਚ। ਠੀਕ ਹੈ, ਤਾਂ ਉਹ ਜਿਹੜਾ ਮੋਲੀਕਿਊਲ ਹੈ ਉਹਦੇ ਵਿੱਚ ਜਿੱਦਾਂ ਆਪਾਂ ਇੱਥੇ ਬਣਾ ਲੈਂਦੇ ਹਾਂ, ਆਪਾਂ ਨੂੰ ਪਤਾ ਇੱਦਾਂ ਵਾਈਬ੍ਰੇਸ਼ਨਲ ਲੈਵਲਸ ਆਪਾਂ ਪੜ੍ਹੇ ਹੋਏ ਨੇ, ਇੱਦਾਂ ਹੁੰਦੇ ਆ। V0 ਹੋ ਗਿਆ, V1 ਹੋ ਗਿਆ, V2 ਹੋ ਗਿਆ, ਠੀਕ ਹੈ, V3 ਹੋ ਗਿਆ, V4 ਹੋ ਗਿਆ, ਇੱਦਾਂ। ਠੀਕ ਹੈ, ਤਾਂ V0 ਤੋਂ ਜਦੋਂ V1 'ਤੇ ਟ੍ਰਾਂਜੀਸ਼ਨ ਹੋ ਜਾਂਦੀ ਆ, ਜਾਂ V0 ਤੋਂ V2 'ਤੇ, ਜਾਂ V0 ਤੋਂ V3 'ਤੇ, ਕਿਉਂਕਿ ਸਾਰੇ ਗਰਾਊਂਡ ਸਟੇਟ ਦੇ ਵਿੱਚ V0 ਦੇ ਉੱਪਰ ਪਏ ਹੁੰਦੇ ਮੋਲੀਕਿਊਲਸ। ਠੀਕ ਹੈ, ਤਾਂ ਟ੍ਰਾਂਜੀਸ਼ਨਸ ਜਿਹੜੀਆਂ ਹੋਣਗੀਆਂ V0 ਤੋਂ V1  'ਤੇ ਹੀ ਹੋਣਗੀਆਂ ਜਨਰਲੀ, ਜ਼ਿਆਦਾਤਰ ਹੋਣਗੀਆਂ ਜਿਹੜੀਆਂ, ਕਿਉਂਕਿ ਇੱਥੇ ਹਾਈ ਐਨਰਜੀ, ਇੱਥੇ ਵੀ ਜ਼ਿਆਦਾਤਰ ਹਾਈ ਐਨਰਜੀ ਚਾਹੀਦੀ ਹੈ। ਪਰ ਜਿਹੜੀਆਂ IR ਰੇਡੀਏਸ਼ਨਸ ਹੁੰਦੀਆਂ ਨੇ ਉਹ ਲੋਅਰ ਐਨਰਜੀ ਦੀਆਂ ਹੁੰਦੀਆਂ ਨੇ। ਠੀਕ ਹੈ, ਤਾਂ ਕਰਕੇ ਉਹ ਪਹਿਲੇ ਐਨਰਜੀ ਲੈਵਲ 'ਤੇ ਹੀ ਟ੍ਰਾਂਜੀਸ਼ਨਸ ਹੁੰਦੀਆਂ ਨੇ, ਦੂਸਰੇ ਅਤੇ ਤੀਸਰੇ 'ਤੇ ਜੇ ਹੋਣਗੀਆਂ ਤਾਂ ਬਹੁਤ ਹੀ ਜ਼ਿਆਦਾ ਘੱਟ ਹੋਣਗੀਆਂ। ਠੀਕ ਹੈ, ਇਹ ਚੀਜ਼ ਹੈ। ਹੁਣ ਤਾਂ ਇੱਥੇ ਕੀ ਹੋ ਜਾਂਦਾ ਆਪਣੇ ਕੋਲੇ ਵਾਈਬ੍ਰੇਸ਼ਨਲ ਐਨਰਜੀ ਲੈਵਲਸ ਨੇ ਜਿਹੜੇ ਉਹ ਚੇਂਜ ਹੋ ਜਾਂਦੇ ਅਤੇ ਮੋਲੀਕਿਊਲ ਹੈ ਜਿਹੜਾ ਲੋਅਰ ਵਾਈਬ੍ਰੇਸ਼ਨਲ ਲੈਵਲ ਤੋਂ ਹਾਇਰ ਵਾਈਬ੍ਰੇਸ਼ਨਲ ਲੈਵਲ 'ਤੇ, ਮਤਲਬ ਲੋਅਰ ਕਿਹੜਾ ਸੀਗਾ ਉਹਦਾ ਜ਼ੀਰੋ ਤੋਂ ਪਹਿਲੇ 'ਤੇ, ਜਾਂ 0 ਤੋਂ ਦੂਸਰੇ 'ਤੇ, ਜਾਂ 0 ਤੋਂ ਤੀਸਰੇ 'ਤੇ ਜਿਹੜਾ ਹੈ ਉਹ ਸ਼ਿਫਟ ਹੋ ਜਾਂਦਾ, ਜਿਹੜਾ ਮੋਲੀਕਿਊਲ ਹੈ ਉਹ ਐਕਸਾਈਟ ਹੋ ਜਾਂਦਾ। ਠੀਕ ਹੈ, ਤਾਂ IR ਸਪੈਕਟੋਸਕੋਪੀ ਦੇ ਵਿੱਚ ਆਪਾਂ ਕੀ ਕਰਾਂਗੇ ਹੁਣ, ਇਹ ਹੈ ਇਹਦਾ ਪ੍ਰਿੰਸੀਪਲ ਕੀ ਹੈ ਵੀ ਵਾਈਬ੍ਰੇਸ਼ਨਲ ਲੈਵਲ ਜਿਹੜੇ ਨੇ ਉਹ ਚੇਂਜ ਹੋ ਜਾਂਦੇ ਨੇ, ਲੋਅਰ ਤੋਂ ਹਾਇਰ ਵਾਈਬ੍ਰੇਸ਼ਨਲ ਲੈਵਲ ਦੇ ਉੱਪਰ ਜਿਹੜਾ ਮੋਲੀਕਿਊਲ ਹੈ ਉਹ ਐਕਸਾਈਟ ਹੋ ਜਾਂਦਾ। ਉਸ ਤੋਂ ਬਾਅਦ ਜਿਹੜੀਆਂ ਐਬਜ਼ੋਰਪਸ਼ਨ ਦੇ ਵਿੱਚ IR ਰੇਡੀਏਸ਼ਨਸ ਜਿਹੜੀਆਂ ਆਪਾਂ ਯੂਜ਼ ਕਰਾਂਗੇ ਉਹ 2.5 ਮਾਈਕਰੋਮੀਟਰ ਤੋਂ 15 ਮਾਈਕਰੋਮੀਟਰ ਦੀਆਂ ਹੀ ਆਪਾਂ ਜਿਹੜੀਆਂ ਹੈ ਉਹ ਯੂਜ਼ ਕਰਦੇ ਹਾਂ। ਅਤੇ ਇਸ ਰੀਜਨ ਦੇ ਵਿੱਚ ਹੀ ਆਪਾਂ ਮਤਲਬ ਨੋਰਮਲ IR ਰੀਜਨ ਦੇ ਵਿੱਚ ਹੀ ਆਪਾਂ ਸਟੱਡੀ ਕਰਦੇ ਹਾਂ। 0.8 ਤੋਂ 2.5 'ਚ ਨਹੀਂ ਕਰਦੇ, ਅਤੇ 15 ਤੋਂ 200 ਦੇ ਵਿੱਚ ਆਪਾਂ ਸਟੱਡੀ ਨਹੀਂ ਕਰਦੇ, ਮਤਲਬ ਫਾਰ ਅਤੇ ਨੀਅਰ IR ਦੇ ਵਿੱਚ ਆਪਾਂ ਸਟੱਡੀ ਨਹੀਂ ਕਰਦੇ, ਆਪਾਂ ਸਿਰਫ ਨੋਰਮਲ IR ਰੀਜਨ ਦੇ ਵਿੱਚ ਹੀ ਸਟੱਡੀ ਕਰਾਂਗੇ। ਹੁਣ ਜਦੋਂ ਕੋਈ ਵੀ ਮੋਲੀਕਿਊਲ ਹੈ ਐਬਜ਼ੋਰਬ ਕਰ ਲੈਂਦਾ ਰੇਡੀਏਸ਼ਨ, ਠੀਕ ਹੈ, ਤਾਂ ਉਹਦੇ ਨਾਲ ਹੋਊਗਾ ਕਿ ਵਾਈਬਰੇਟ ਤਾਂ ਉਹ ਪਹਿਲਾਂ ਹੀ ਹੋ ਰਿਹਾ ਮੋਲੀਕਿਊਲ ਹੈ ਜਿਹੜਾ ਇੱਦਾਂ ਕਰਕੇ ਵਾਈਬਰੇਟ ਹੋ ਰਿਹਾ। ਹੁਣ ਉਹਨੇ ਐਨਰਜੀ ਵੀ ਐਬਜ਼ੋਰਬ ਕਰ ਲਈ, ਰੇਡੀਏਸ਼ਨ ਐਬਜ਼ੋਰਬ ਕਰ ਲਈ, ਮਤਲਬ ਐਨਰਜੀ ਐਬਜ਼ੋਰਬ ਕਰ ਲਈ। ਜਦੋਂ ਐਨਰਜੀ ਐਬਜ਼ੋਰਬ ਕਰ ਲਈ ਤਾਂ ਉਹਦੀ ਵਾਈਬਰੇਸ਼ਨ ਦਾ ਐਂਪਲੀਟਿਊਡ, ਮਤਲਬ ਜੇ ਪਹਿਲਾਂ ਇੱਦਾਂ ਵਾਈਬਰੇਸ਼ਨ ਹੁੰਦੀ ਸੀ ਤਾਂ ਹੁਣ ਇੱਦਾਂ ਦਾ ਬਹੁਤ ਫਾਸਟ ਵਾਈਬਰੇਸ਼ਨ ਹੋ ਗਈ। ਅਤੇ ਉਹਦਾ ਮਤਲਬ ਜੇ ਪਹਿਲਾਂ ਇੰਨੀ ਕੁ ਵਾਈਬਰੇਸ਼ਨ ਹੁੰਦੀ ਸੀ, ਹੁਣ ਉਹ ਇੰਨੀ ਵਾਈਬਰੇਸ਼ਨ, ਮਤਲਬ ਐਨਰਜੀ ਵੱਧ ਮਿਲੇਗੀ ਤਾਂ ਉਹਨੂੰ ਉਨੀ ਹੀ ਜ਼ਿਆਦਾ ਦੂਰ ਤੱਕ ਜਾਣਗੇ ਐਟਮਸ, ਉਨੀ ਹੀ ਨੇੜੇ ਤੱਕ ਜਾਣਗੇ। ਠੀਕ ਹੈ, ਉਨੀ ਹੀ ਵੱਧ ਵਾਈਬਰੇਸ਼ਨ ਜਿਹੜੀ ਹੋਊਗੀ ਉਹ ਹੋਊਗੀ, ਐਂਪਲੀਟਿਊਡ ਵਾਜੂ ਵਾਈਬਰੇਸ਼ਨ ਦਾ, ਜਾਂ ਫਿਰ ਕਹਿ ਲਓ ਐਕਸਟੈਂਟ ਵਾਜੂਗੀ ਵਾਈਬਰੇਸ਼ਨ ਦੀ। ਹੁਣ ਜਿਹੜਾ ਇਹ ਇਨਕਰੀਜ਼ ਹੈ ਵਾਈਬਰੇਸ਼ਨ ਦੇ ਵਿੱਚ, ਇਹਦੇ ਨਾਲ ਕੀ ਹੋਊਗਾ ਮੋਲੀਕਿਊਲ ਦੇ ਵਿੱਚ, ਕਿਉਂਕਿ ਇਲੈਕਟ੍ਰੋਨਸ ਨੇ ਜਿਹੜੇ ਉਹ ਸ਼ਿਫਟ ਹੋਣਗੇ ਮੋਲੀਕਿਊਲ ਦੇ ਮੋਸ਼ਨ ਦੇ ਨਾਲ। ਜਦੋਂ ਇਲੈਕਟ੍ਰੋਨ ਸ਼ਿਫਟ ਹੋਣਗੇ ਤਾਂ ਪੋਲਸ ਬਣਨਗੇ, ਨੈਗੇਟਿਵ ਅਤੇ ਪੋਜ਼ੀਟਿਵ ਪੋਲਸ। ਜਿਹੜੇ ਇਹ ਪੋਲਸ ਬਣਨਗੇ ਉਹਨਾਂ ਨਾਲ ਕੀ ਹੋਊਗਾ, ਡਾਈਪੋਲ ਮੂਵਮੈਂਟ ਜਨਰੇਟ ਹੋ ਜਾਊਗਾ। ਠੀਕ ਹੈ, ਮਤਲਬ ਪਹਿਲਾਂ ਡਾਈਪੋਲ ਮੂਵਮੈਂਟ, ਵਾਈਬਰੇਸ਼ਨ ਤੋਂ ਪਹਿਲਾਂ ਡਾਈਪੋਲ ਮੂਵਮੈਂਟ ਕੁਛ ਹੋਰ ਹੋਊਗਾ, ਵਾਈਬਰੇਸ਼ਨ ਤੋਂ ਬਾਅਦ ਡਾਈਪੋਲ ਮੂਵਮੈਂਟ ਹੈ ਜਿਹੜਾ ਮੋਲੀਕਿਊਲ ਦਾ ਉਹ ਕੁਛ ਹੋਰ ਹੋ ਜਾਊਗਾ। ਜਦੋਂ ਇਹ ਚੀਜ਼ ਹੋਊਗੀ ਤਾਂ ਮਤਲਬ ਉਹਦਾ ਮਤਲਬ ਕੀ ਹੈ ਵੀ ਉਹਦੇ ਵਿੱਚ ਡਾਈਪੋਲ ਮੂਵਮੈਂਟ ਜਿਹੜਾ ਹੈ ਉਹ ਚੇਂਜ ਹੋ ਜਾਊਗਾ ਐਨਰਜੀ ਦੇ, ਜਾਂ ਫਿਰ ਕਹਿ ਲਓ ਰੇਡੀਏਸ਼ਨ ਦੇ ਐਬਜ਼ੋਰਬ ਹੋਣ ਦੇ ਨਾਲ। ਠੀਕ ਹੈ, ਬੇਸਿਕਲੀ ਆਹ ਚੀਜ਼ ਹੋਊਗੀ ਜਦੋਂ ਇਹ ਜਿਹੜਾ ਡਾਈਪੋਲ ਮੂਵਮੈਂਟ ਆਪਾਂ ਨੂੰ ਪਤਾ ਵੀ ਜਿਹੜਾ ਇਹ ਵੈਕਟਰ ਹੁੰਦਾ ਗਾ। ਜਦੋਂ ਡਾਈਪੋਲ ਮੂਵਮੈਂਟ ਵੈਕਟਰ ਹੈ ਜਿਹੜਾ ਉਹ ਇਲੈਕਟ੍ਰਿਕ ਫੀਲਡ ਵੈਕਟਰ ਹੈ ਜਿਹੜਾ ਰੇਡੀਏਸ਼ਨ ਦਾ। ਰੇਡੀਏਸ਼ਨ ਦੇ ਵਿੱਚ ਆਪਾਂ ਨੂੰ ਪਤਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਵਿੱਚ 3 ਚੀਜ਼ਾਂ ਹੁੰਦੀਆਂ ਨੇ, ਇਲੈਕਟ੍ਰਿਕ ਫੀਲਡ, ਮੈਗਨੈਟਿਕ ਫੀਲਡ ਅਤੇ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ। ਜਦੋਂ ਇਹ ਡਾਈਪੋਲ ਮੂਵਮੈਂਟ ਵੈਕਟਰ ਹੈ ਜਿਹੜਾ ਇਲੈਕਟ੍ਰਿਕ ਫੀਲਡ ਵੈਕਟਰ ਦੇ ਨਾਲ ਇਹ ਇੰਟਰੈਕਟ ਕਰੂਗਾ ਜਦੋਂ, ਤਾਂ ਉਸ ਟਾਈਮ 'ਤੇ ਸਿਗਨਲ ਪ੍ਰੋਡਿਊਸ ਹੋਊਗਾ। ਅਤੇ ਜਦੋਂ ਸਿਗਨਲ ਨੂੰ ਆਪਾਂ ਪਲਾਟ ਕਰਾਂਗੇ ਗ੍ਰਾਫ ਦੇ ਉੱਪਰ ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, IR ਸਪੈਕਟਰਾ। ਠੀਕ ਹੈ, ਹੁਣ ਜਿੰਨੀਆਂ ਵਾਈਬਰੇਸ਼ਨਸ ਹੋਣਗੀਆਂ ਉਨੇ ਹੀ ਸਿਗਨਲ ਪ੍ਰੋਡਿਊਸ ਹੋਣਗੇ, ਉਨੇ ਹੀ IR ਸਪੈਕਟਰਾ ਦੇ ਵਿੱਚ ਪੀਕਸ ਆਉਣਗੀਆਂ। ਠੀਕ ਹੈ,
ਹੁਣ ਜਿਵੇਂ ਫਾਰ ਐਗਜ਼ਾਮਪਲ COH ਬੌਂਡ ਹੈ, ਇਹਦੇ ਵਿੱਚ ਇੱਕ OH ਦੀ ਸਟ੍ਰੈਚਿੰਗ ਫ੍ਰੀਕੁਐਂਸੀ ਹੋਊਗੀ 2.7 ਤੋਂ 3.3 ਮਾਈਕਰੋਮੀਟਰ ਤੇ, ਠੀਕ ਹੈ। ਇੱਕ CO ਦੀ ਹੋਊਗੀ, ਉਹ ਕਿੰਨੀ ਹੋਊਗੀ 8.3 ਤੋਂ 10 ਤੇ। ਇੱਕ COH ਦੀ ਬੈਂਡਿੰਗ ਹੋਊਗੀ, ਉਹ ਕਿੰਨੀ ਹੋਊਗੀ 6.7 ਤੋਂ 8.3 ਮਾਈਕਰੋਮੀਟਰ ਵੇਵਲੈਂਥ ਦੇ ਵਿੱਚ ਦਿੱਤੀਆਂ ਹੋਈਆਂ ਨੇ ਇਹ, ਠੀਕ ਹੈ। ਉਸ ਤੋਂ ਬਾਅਦ ਜਿਹੜੀਆਂ ਵਾਈਬ੍ਰੇਸ਼ਨਲ ਫ੍ਰੀਕੁਐਂਸੀਜ਼ ਨੇ ਉਹ ਬੌਂਡ ਦੇ ਉੱਪਰ ਹੀ ਡਿਪੈਂਡ ਕਰਦੀਆਂ ਨੇ, ਬਾਕੀ ਮੋਲੀਕਿਊਲ ਕਿੱਦਾਂ ਦਾ ਨਹੀਂ ਹੈ ਉਹਦੇ ਉੱਪਰ ਉਹ ਡਿਪੈਂਡ ਨਹੀਂ ਕਰਦੀਆਂ। ਜੇ ਡਿਪੈਂਡ ਕਰਨਗੀਆਂ ਵੀ, ਠੀਕ ਹੈ, ਤਾਂ ਬਹੁਤ ਘੱਟ ਡਿਪੈਂਡ ਕਰਨਗੀਆਂ। ਲਾਰਜਲੀ ਜਿਹੜਾ ਹੈ ਉਹ ਸਿਰਫ ਬੌਂਡ ਦੇ ਉੱਪਰ ਹੀ ਡਿਪੈਂਡ ਕਰਦੀਆਂ ਨੇ ਵੀ ਬੌਂਡ ਕਿੱਦਾਂ ਦਾ ਅਤੇ ਕਿੱਦਾਂ ਦੀ ਉਹਦੇ ਵਿੱਚ ਵਾਈਬ੍ਰੇਸ਼ਨ ਹੋ ਰਹੀ ਹੈ, ਸਟ੍ਰੈਚਿੰਗ ਹੋ ਰਹੀ ਹੈ ਜਾਂ ਬੈਂਡਿੰਗ ਹੋ ਰਹੀ ਹੈ, ਇਹ ਚੀਜ਼ ਆਪਾਂ ਦੇਖਣੀ ਹੋਊਗੀ। ਉਸ ਤੋਂ ਬਾਅਦ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਹੈ ਜਿਹੜੀ ਉਹਨੂੰ ਆਪਾਂ ਕੈਲਕੂਲੇਟ ਕਿਵੇਂ ਕਰ ਸਕਦੇ ਹਾਂ ਮੈਥਮੈਟੀਕਲੀ, ਠੀਕ ਹੈ। ਇਹਦੇ ਵਾਸਤੇ ਹੁਕਸ ਲਾ ਇੱਕ ਜਿਹੜਾ ਹੈ ਫਿਜ਼ਿਕਸ ਦੇ ਵਿੱਚ ਆਪਾਂ ਪੜ੍ਹਦੇ ਹਾਂ। ਹੁਕਸ ਲਾ ਮੰਨ ਲਓ ਇਹਦੇ ਵਿੱਚ ਕੀ ਕਹਿੰਦੇ ਹੁੰਦੇ ਆਪਾਂ ਵੀ ਇੱਕ ਮੰਨ ਲਓ ਜਿਹੜੀ ਇੱਕ ਜਿੱਦਾਂ ਕਹਿ ਲਓ ਸਫੀਅਰ ਹੈ, ਉਹ ਸਪਰਿੰਗ ਦੇ ਨਾਲ, ਸਪਰਿੰਗ ਜਿਹੜਾ ਹੈ ਇੱਕ ਸਰਫੇਸ ਦੇ ਉੱਪਰ ਬੰਨਿਆ ਹੋਇਆ, ਠੀਕ ਹੈ, ਉਹਦੇ ਨਾਲ ਇੱਕ ਸਫੀਅਰ ਲਟਕ ਰਹੀ ਆ। ਤਾਂ ਸਫੀਅਰ ਹੈ ਜਿਹੜੀ ਉਹ ਨੀਚੇ ਨੂੰ ਗ੍ਰੈਵੀਟੇਸ਼ਨ ਦੇ ਕਰਕੇ ਨੀਚੇ ਨੂੰ ਲਮਕੂਗੀ, ਠੀਕ ਹੈ। ਨੀਚੇ ਨੂੰ ਜਦੋਂ ਲਮਕੂਗੀ ਸਫੀਅਰ ਤਾਂ ਸਪਰਿੰਗ ਖਿੱਚਿਆ ਜਾਊਗਾ। ਹੁਣ ਸਪਰਿੰਗ ਜਦੋਂ ਖਿੱਚਿਆ ਜਾਊਗਾ ਤਾਂ ਉਹਦੇ ਵਿੱਚ ਇੱਕ ਰੀਸਟੋਰਿੰਗ ਫੋਰਸ ਪੈਦਾ ਹੋਊਗੀ, ਕਿਉਂਕਿ ਸਪਰਿੰਗ ਖਿੱਚਿਆ ਗਿਆ ਤਾਂ ਸਪਰਿੰਗ ਵਾਪਸ ਆਪਦੀ ਇਨੀਸ਼ੀਅਲ ਪੋਜੀਸ਼ਨ 'ਤੇ ਜਾਊਗਾ। ਇਨੀਸ਼ੀਅਲ ਪੋਜੀਸ਼ਨ 'ਤੇ ਜਾਣ ਵਾਸਤੇ, ਰੀਸਟੋਰ ਕਰਨ ਵਾਸਤੇ ਉਹਦੇ ਵਿੱਚ ਇੱਕ ਰੀਸਟੋਰਿੰਗ ਫੋਰਸ ਪੈਦਾ ਹੋਊਗੀ। ਉਸ ਫੋਰਸ ਨੂੰ ਕਹਾਂਗੇ ਆਪਾਂ F, ਅਤੇ ਉਹ ਇਕੁਅਲ ਕਾਹਦੇ ਹੋਊਗੀ F ਇਜ਼ ਇਕੁਅਲ ਟੂ ਮਾਈਨਸ KX, ਠੀਕ ਹੈ। ਇਹ ਚੀਜ਼ ਆਪਾਂ ਫਿਜ਼ਿਕਸ ਦੇ ਵਿੱਚ ਪੜ੍ਹਦੇ ਹਾਂ। F ਇਜ਼ ਇਹਨੂੰ ਪਹਿਲਾਂ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ -X, ਮਤਲਬ ਜਿੰਨਾ X ਵਧਾਈ ਜਾਵਾਂਗੇ F ਜਿਹੜੀ ਹੈ ਉਨੀ ਹੀ ਜ਼ਿਆਦਾ ਵਧੀ ਜਾਊਗੀ। ਜਿੰਨਾ ਸਪਰਿੰਗ ਵੱਧ ਖਿੱਚਿਆ ਜਾਊਗਾ ਉਨੀ ਉਹ ਛੇਤੀ ਉਹ ਰੀਸਟੋਰ ਹੋਊਗਾ ਆਪਣੀ ਪੋਜੀਸ਼ਨ ਦੇ ਵਿੱਚ, ਠੀਕ ਹੈ। ਅਤੇ ਇਹ ਕਿਉਂਕਿ ਨੈਗੇਟਿਵ ਸਾਈਨ ਮਤਲਬ ਕੀ ਹੈ ਵੀ ਜਿੱਧਰ ਨੂੰ ਜੇ ਆਪਾਂ ਖਿੱਚਦੇ ਹਾਂ ਸਪਰਿੰਗ ਨੂੰ ਉਸ ਤੋਂ ਉਲਟ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗਦੀ ਹੈ, ਠੀਕ ਹੈ। ਇਹ ਚੀਜ਼ ਹੈ ਜਿਹੜੀ ਨੈਗੇਟਿਵ ਸਾਈਨ ਕਰਕੇ ਆਉਂਦੀ ਆ। ਹੁਣ ਉਸ ਤੋਂ ਬਾਅਦ ਜਦੋਂ ਪ੍ਰੋਪੋਰਸ਼ਨੈਲਿਟੀ ਹਟਾਵਾਂਗੇ ਤਾਂ K ਜਿਹੜਾ ਹੈ ਕੌਂਸਟੈਂਟ ਲੱਗ ਜੂ, ਕੀ ਆ ਫੋਰਸ ਕੌਂਸਟੈਂਟ, ਠੀਕ ਹੈ। ਹੁਣ ਜਿਹੜਾ ਸਪਰਿੰਗ ਹੈ ਉਹਦੇ ਵਿੱਚ ਇਹ ਜਦੋਂ ਫੋਰਸ ਲੱਗੀ ਸਪਰਿੰਗ ਦੇ ਵਿੱਚ ਤਾਂ ਸਪਰਿੰਗ ਜਿਹੜਾ ਹੈ ਆਪਾਂ ਨੂੰ ਪਤਾ ਵਾਈਬਰੇਟ ਕਰੂਗਾ। ਜਦੋਂ ਵਾਈਬਰੇਟ ਕਰੂਗਾ ਤਾਂ ਉਹਦੀ ਵਾਈਬ੍ਰੇਸ਼ਨਸ ਦੀ ਫ੍ਰੀਕੁਐਂਸੀ ਵੀ ਹੋਊਗੀ। ਉਹ ਫ੍ਰੀਕੁਐਂਸੀ ਕੀ ਹੋਊਗੀ 1/2π √K/m। m ਕੀ ਆ ਸਫੀਅਰ ਦਾ ਮਾਸ, ਠੀਕ ਹੈ। ਇਹ ਸੀਗਾ ਇੱਕ ਸਫੀਅਰ ਵਾਸਤੇ। ਹੁਣ ਜੇ ਆਪਾਂ ਮੰਨ ਲਓ ਵੀ ਜਿੱਦਾਂ ਆਪਾਂ ਹੁਣ ਇਹ ਤਾਂ ਸੀਗਾ ਫਿਜ਼ਿਕਸ ਦਾ, ਆਪਾਂ ਕੈਮਿਸਟਰੀ 'ਚ ਪੜ੍ਹਨਾ ਹੁਣ ਵੀ ਦੋ ਸਫੀਅਰਸ ਨੇ, ਮਤਲਬ ਦੋ ਐਟਮਸ ਨੇ ਇੱਕ ਸਪਰਿੰਗ ਦੇ ਨਾਲ ਜੁੜੇ ਹੋਏ ਨੇ। ਤਾਂ ਉੱਥੇ ਜਦੋਂ ਦੋ ਐਟਮਸ ਹੋਣਗੇ ਉੱਥੇ ਮਾਸ ਵੀ ਦੋ ਹੋ ਜਾਣਗੇ, ਠੀਕ ਹੈ। ਜਦੋਂ ਮਾਸ ਦੋ ਹੋ ਜਾਂਦੇ ਤਾਂ ਆਪਾਂ ਕੀ ਯੂਜ਼ ਕਰਦੇ ਹੁੰਦੇ ਹਾਂ ਰਿਡਿਊਸਡ ਮਾਸ, μ ਇਜ਼ ਇਕੁਅਲ ਟੂ m1 m2 ਡਿਵਾਈਡਡ ਬਾਈ m1 + m2। ਉੱਥੇ ਆਪਾਂ ਰਿਡਿਊਸਡ ਮਾਸ ਯੂਜ਼ ਕਰਾਂਗੇ, ਠੀਕ ਹੈ। ਬਾਕੀ ਸਾਰੀਆਂ ਚੀਜ਼ਾਂ ਉੱਦਾਂ ਹੀ ਰਹਿ ਜਾਣਗੀਆਂ। ਉਸ ਤੋਂ ਬਾਅਦ ਜੇ ਆਪਾਂ ਵੇਵ ਨੰਬਰ ਦੇਖੀਏ ਤਾਂ ਵੇਵ ਨੰਬਰ ਹੁੰਦਾ ν/c, ਇਹਨੂੰ c ਨਾਲ ਡਿਵਾਈਡ ਕਰ ਦਿਓ 1/2πc √K/μ। K ਕੀ ਆ ਫੋਰਸ ਕੌਂਸਟੈਂਟ ਹੈ, ਠੀਕ ਹੈ। ਫੋਰਸ ਕੌਂਸਟੈਂਟ ਦੀ ਜਿਹੜੀ ਵੈਲਿਊ ਹੁੰਦੀ ਆ ਸਿੰਗਲ ਬੌਂਡ ਵਾਸਤੇ 5 × 10⁵ ਡਾਈਨਸ ਪਰ ਸੈਂਟੀਮੀਟਰ, ਡਬਲ ਵਾਸਤੇ 10 × 10⁵ ਅਤੇ ਟ੍ਰਿਪਲ ਵਾਸਤੇ 15 × 10⁵। ਮਤਲਬ ਇੱਕ ਵਾਸਤੇ 5 ਹੁੰਦੀ ਆ, ਦੋ ਵਾਸਤੇ 10, ਤਿੰਨ ਵਾਸਤੇ 15⁵ ਡਾਈਨਸ ਪਰ ਸੈਂਟੀਮੀਟਰ ਨਾਲ ਇਹਦੇ ਰਹਿੰਦਾ ਹੀ ਰਹਿੰਦਾ, ਠੀਕ ਹੈ। ਉਸ ਤੋਂ ਬਾਅਦ ਜਿਹੜੇ m1 ਅਤੇ m2 ਨੇਗੇ ਇਹ ਕੀ ਨੇਗੇ ਮਾਸਸ ਨੇ ਜਿਹੜੇ ਐਟਮਸ ਦੇ ਗ੍ਰਾਮਸ ਦੇ ਵਿੱਚ ਨੇ। ਜੇ ਆਪਾਂ ਗ੍ਰਾਮ ਆਟੋਮਿਕ ਮਾਸ ਲਈਏ, ਠੀਕ ਹੈ, ਜਿੱਦਾਂ ਕਾਰਬਨ ਦਾ 12 ਹੁੰਦਾ, ਹਾਈਡਰੋਜਨ ਦਾ 1 ਹੁੰਦਾ, ਆਕਸੀਜਨ ਦਾ ਜਿਹੜਾ ਹੈ ਉਹ 16 ਹੋ ਜਾਂਦਾ ਗਾ। ਤਾਂ ਇੱਦਾਂ ਜੇ ਆਪਾਂ ਗ੍ਰਾਮ ਆਟੋਮਿਕ ਮਾਸ ਲੈਣੇ ਆ ਤਾਂ ਇਹਨਾਂ ਨੂੰ ਆਪਾਂ ਕੀ ਕਰਾਂਗੇ ਐਵੋਗੈਡਰੋ ਨੰਬਰ ਨਾਲ ਡਿਵਾਈਡ ਕਰ ਦਾਂਗੇ ਮਾਸਸ ਨੂੰ, ਠੀਕ ਹੈ। ਤਾਂ m1 ਕੀ ਆ ਗਿਆ, m1 ਕੀ ਹੈ ਇਹਦਾ ਮੋਲਰ ਮਾਸ ਡਿਵਾਈਡਡ ਬਾਏ ਅਤੇ m2 ਕੀ ਆ ਮੋਲਰ ਮਾਸ ਡਿਵਾਈਡਡ ਬਾਏ ਐਵੋਗੈਡਰੋ ਨੰਬਰ, ਠੀਕ ਹੈ। ਤਾਂ ਇਹ ਜਦੋਂ ਵੈਲਿਊਜ਼ ਆਪਾਂ ਇਹਦੇ ਵਿੱਚ ਆਪਾਂ ਪੁੱਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ। ਅਤੇ ਆਪਾਂ ਜਿਹੜੀਆਂ 2π ਅਤੇ c ਦੀਆਂ ਵੈਲਿਊਜ਼ ਪੁੱਟ ਕਰਕੇ ਸੋਲਵ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ νਿਊ = 4.12 √K m1 + m2 ਡਿਵਾਈਡਡ ਬਾਏ m1 m2, ਠੀਕ ਹੈ। ਇਹ ਚੀਜ਼ ਆ ਜਾਊਗੀ। ਉਸ ਤੋਂ ਬਾਅਦ ਇਹਦਾ ਜਿਹੜਾ ਹੈ ਆਪਣੇ ਕੋਲ ਹੈ ਨੂਮੈਰੀਕਲ ਦੇ ਵਿੱਚ ਕੀ ਹੈ ਕੈਲਕੂਲੇਟ ਵੇਵ ਨੰਬਰ ਆਫ ਸਟ੍ਰੈਚਿੰਗ ਵਾਈਬ੍ਰੇਸ਼ਨ ਆਫ ਸਿੰਗਲ ਬੌਂਡ ਬਿਟਵੀਨ ਕਾਰਬਨ ਐਂਡ ਹਾਈਡਰੋਜਨ। ਹੁਣ ਕਾਰਬਨ ਅਤੇ ਹਾਈਡਰੋਜਨ ਆਪਾਂ ਨੂੰ CH ਬੌਂਡ ਦੇਤਾ, ਕਾਰਬਨ 12 ਹੁੰਦਾ ਉਹਦਾ ਮਾਸ, ਠੀਕ ਹੈ। ਹਾਈਡਰੋਜਨ ਦਾ ਕਿੰਨਾ ਹੁੰਦਾ 1। ਤਾਂ ਇੱਥੋਂ ਆਪਾਂ ਕੀ ਕੱਢ ਲਾਂਗੇ m1 ਅਤੇ m2 ਦੀਆਂ ਵੈਲਿਊਜ਼ ਆਪਣੇ ਕੋਲ ਆ ਗਈਆਂ, ਠੀਕ ਹੈ। K ਜਿਹੜਾ ਹੈ K ਕਿੰਨਾ ਹੁੰਦਾ ਗਾ ਸਿੰਗਲ ਬੌਂਡ ਦਿੱਤਾ ਹੋਇਆ, ਸਿੰਗਲ ਬੌਂਡ ਵਾਸਤੇ ਕਿੰਨਾ ਹੁੰਦਾ ਆਪਾਂ ਪੜ੍ਹਿਆ 5 × 10⁵ ਡਾਈਨਸ ਪਰ ਸੈਂਟੀਮੀਟਰ। ਯੂਨਿਟਸ ਆਪਾਂ ਸੇਮ ਰੱਖਣੇ, ਇਹ ਚੀਜ਼ ਦਾ ਧਿਆਨ ਰੱਖਿਓ। 4.12 ਉੱਦਾਂ ਹੀ ਰਹਿ ਗਿਆ। K ਜਿਹੜਾ ਹੈ ਉਹ ਕਿੰਨਾ 5 × 10⁵
M1 M2 ਆਪਾਂ 12 ਤੇ 1 ਪੁੱਟ ਕਰ ਲਿਆ। ਇਹਨੂੰ ਜਦੋਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ 3.03 × 10⁻³ पर सेंटीमीटर, यहाँ पे 30 पर सेंटीमीटर मतलब ਕਾਰਬਨ ਤੇ ਹਾਈਡਰੋਜਨ ਦਾ ਜਿਹੜਾ ਸਿੰਗਲ ਬੌਂਡ ਹੈ ਉਹਦੀ ਫ੍ਰੀਕੁਐਂਸੀ ਹੈ ਜਿਹੜੀ ਉਹ 30 ਪਰ ਸੈਂਟੀਮੀਟਰ ਦੇ ਅਰਾਊਂਡ ਜਿਹੜਾ ਹੈ ਉਹ ਵਾਈਬਰੇਟ ਕਰੂਗਾ। ਠੀਕ ਹੈ, ਹੁਣ ਅੱਗੇ ਕਿਹੜੇ ਕਿਹੜੇ ਫੈਕਟਰਸ ਨੇ ਜਿਨ੍ਹਾਂ 'ਤੇ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਹੈ ਜਿਹੜੀ ਉਹ ਡਿਪੈਂਡ ਕਰਦੀ ਹੈ। ਹੁਣ ਜਿਹੜੀ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਹੈ ਉਹ 2 ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ। ਕਿਹੜੇ ਕਿਹੜੇ ਫੈਕਟਰਸ 'ਤੇ ਡਿਪੈਂਡ ਕਰਦੀ ਹੈ ਆਪਾਂ ਇੱਥੋਂ ਵੀ ਦੇਖ ਸਕਦੇ ਹਾਂ। 2 ਹੀ ਫੈਕਟਰਸ ਨੇ, ਇੱਕ ਹੈਗਾ ਮਾਸ, ਇੱਕ ਹੈਗਾ ਕੇ। ਠੀਕ ਹੈ, ਬਾਕੀ ਤਾਂ ਕੌਂਸਟੈਂਟ ਹੀ ਆ 4.12 ਤਾਂ, ਇੱਕ ਕੇ ਰਹਿ ਗਿਆ, ਇੱਕ ਮਾਸ ਰਹਿ ਗਿਆ। ਹੁਣ ਮਾਸ ਕਾਹਦਾ ਗਾ ਜਿਹੜੇ ਐਟਮਸ ਬੌਂਡਡ ਨੇ। ਠੀਕ ਹੈ, ਹੁਣ ਬੌਂਡਡ ਐਟਮਸ 'ਤੇ ਜਦੋਂ ਆਪਾਂ ਦੇਖੀਏ, ਜੇ ਆਪਾਂ ਉੱਪਰ ਲਾਏ ਦਾ ਰਿਡਿਊਸਡ ਮਾਸ ਵਾਲਾ ਦੇਖਦੇ ਹਾਂ, ਆਹ ਚੀਜ਼ ਦੇਖਦੇ ਹਾਂ। ਰਿਡਿਊਸਡ ਮਾਸ ਹੈ ਜਿਹੜਾ ਇਹਦੇ ਇਨਵਰਸਲੀ ਪ੍ਰਪੋਰਸ਼ਨਲ ਹੈ, ਕੇ ਇਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਸਿਰਫ 2 ਹੀ ਚੀਜ਼ਾਂ ਦੇਖਣੀਆਂ ਨੇ, ਡਾਇਰੈਕਟਲੀ ਪ੍ਰਪੋਰਸ਼ਨਲ ਕੇ ਹੈ ਮਤਲਬ ਫੋਰਸ ਕੌਂਸਟੈਂਟ ਜੇ ਵਧੂਗਾ ਤਾਂ ਫ੍ਰੀਕੁਐਂਸੀ ਵੀ ਵਧੂਗੀ। ਸਿੰਗਲ ਬੌਂਡ ਵਾਸਤੇ ਜਿਹੜੀ ਫ੍ਰੀਕੁਐਂਸੀ ਆ ਉਹ ਸਭ ਤੋਂ ਘੱਟ ਹੋਊਗੀ, ਡਬਲ ਵਾਸਤੇ ਕੇ ਦੀ ਵੈਲਿਊ ਵੱਧ ਜਾਂਦੀ ਹੈ ਤਾਂ ਫ੍ਰੀਕੁਐਂਸੀ ਵੀ ਵਧੂਗੀ, ਟ੍ਰਿਪਲ ਵਾਸਤੇ ਕੇ ਦੀ ਵੈਲਿਊ ਉਦੋਂ ਵੀ ਵੱਧ ਜਾਂਦੀ ਹੈ ਤਾਂ ਫ੍ਰੀਕੁਐਂਸੀ ਉਸ ਤੋਂ ਵੀ ਵੱਧ ਜਿਹੜੀ ਉਹ ਹੋਊਗੀ। ਠੀਕ ਹੈ, ਇਹ ਚੀਜ਼ ਹੋ ਗਈ ਪਹਿਲਾਂ ਤਾਂ ਫੋਰਸ ਕੌਂਸਟੈਂਟ। ਉਸ ਤੋਂ ਬਾਅਦ ਮਾਸ, ਜਿਵੇਂ ਜਿਵੇਂ ਜਿਹੜਾ ਮਾਸ ਵਧੂਗਾ ਬੌਂਡਡ ਐਟਮਸ ਦਾ ਉਵੇਂ ਜਿਹੜੀ ਫ੍ਰੀਕੁਐਂਸੀ, ਕਿਉਂਕਿ ਇਨਵਰਸਲੀ ਪ੍ਰਪੋਰਸ਼ਨਲ ਹੈ, ਉਵੇਂ ਫ੍ਰੀਕੁਐਂਸੀ ਘੱਟ ਜੂਗੀ। ਤਾਂ ਹਾਈਐਸਟ ਪੀਕਸ ਕਿਹਦੀਆਂ ਆਉਣਗੀਆਂ, ਜਿਹਦਾ ਲੋਐਸਟ ਮਾਸ ਹੋਊਗਾ। ਲੋਐਸਟ ਮਾਸ ਕਿੱਥੇ ਹੁੰਦਾ ਆਪਾਂ ਨੂੰ ਪਤਾ, ਜਿਵੇਂ ਹਾਈਡਰੋਜਨ ਦਾ 1 ਹੈ ਤਾਂ ਲੋਐਸਟ ਉੱਥੇ ਹੀ ਹੋਊਗਾ ਜਿੱਥੇ ਬੌਂਡ ਹਾਈਡਰੋਜਨ ਨਾਲ ਬਣਿਆ ਹੋਇਆ। ਘੱਟੋ ਘੱਟ ਮਾਸ ਉਹਦਾ ਮਤਲਬ ਜਿਹੜੇ ਹਾਈਡਰੋਜਨ ਦੇ ਬੌਂਡਸ ਨੇ, ਚਾਹੇ ਉਹ ਕਾਰਬਨ ਨਾਲ ਹੈ, ਚਾਹੇ ਆਕਸੀਜਨ ਨਾਲ ਹੈ, ਚਾਹੇ ਉਹ ਕਿਸੇ ਨਾਲ ਵੀ ਹੈ, ਅਤੇ ਜਿਹੜੇ ਹਾਈਡਰੋਜਨ ਦੇ ਬੌਂਡਸ ਨੇ ਉਹਨਾਂ ਦੀਆਂ ਫ੍ਰੀਕੁਐਂਸੀਜ਼ ਨੇ ਜਿਹੜੀਆਂ ਉਹ ਲੋਐਸਟ ਆਉਣਗੀਆਂ। ਜਿਹੜੇ ਬਾਕੀ ਬੌਂਡਸ ਨੇ, ਸਾਰੇ ਬਾਕੀ ਐਟਮਸ ਦੇ, ਉਹਨਾਂ ਦੀਆਂ ਫ੍ਰੀਕੁਐਂਸੀਜ਼ ਨੇ ਜਿਹੜੀਆਂ ਉਹ ਹਾਈਐਸਟ ਆਉਣਗੀਆਂ। ਇਹ 2 ਜਿਹੜੇ ਫੈਕਟਰ ਸੀਗੇ ਇਹ ਸੀਗੇ ਜਿਹੜੇ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਨੂੰ ਇਫੈਕਟ ਕਰਦੇ ਨੇ। ਠੀਕ ਹੈ, ਬਾਕੀ ਪਹਿਲੇ ਪਾਰਟ ਦੀ ਵੀਡੀਓ ਦੇ ਵਿੱਚ ਇੰਨਾ ਹੀ, ਬਾਕੀ ਜਿਹੜਾ ਹੈ ਆਪਾਂ ਉਹ ਅਗਲੀ ਵੀਡੀਓ ਦੇ ਵਿੱਚ ਸਟੱਡੀ ਕਰਾਂਗੇ। ਥੈਂਕ ਯੂ।